ਹਾਂਜੀ ਪਿਆਰੇ ਸਾਥੀਓ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਆ। ਤੇ ਇੱਕ ਗੁੱਡ ਨਿਊਜ਼ ਇਹ ਆ ਵੀ ਅੱਜ ਆਪਣੀ 7th ਕਲਾਸ ਦੀ ਹਿਸਟਰੀ ਕੰਪਲੀਟ ਹੋ ਜਾਊਗੀ। ਉਹ ਕਿਵੇਂ? ਕਿਉਂਕਿ ਆਪਾਂ ਕਿਸੇ ਇੱਕ ਬੋਰਡ ਨੂੰ ਫੋਲੋ ਨਹੀਂ ਕੀਤਾ। ਜਦੋਂ ਪੂਰਾ ਕ੍ਰਿਟੀਕਲ ਐਨਾਲਿਸਿਸ ਕੀਤਾ ਹੋਵੇ ਤਾਂ ਖੁਸ਼ੀ ਵੀ ਹੁੰਦੀ ਆ। ਵੇਖੋ 7ਵੀਂ ਕਲਾਸ ਦੀ NCERT ਤੇ ਪੰਜਾਬ ਬੋਰਡ ਦੋਨੋਂ ਤੋਂ ਹੀ ਆਪਾਂ 7ਵੀਂ ਕਲਾਸ ਦੀ ਹਿਸਟਰੀ ਸਟਾਰਟ ਕੀਤੀ ਸੀ, ਜਿਹੜੀ ਸਾਡੀ ਕਿਹੜੀ ਸੀਗੀ? ਮੈਡੀਵਲ ਹਿਸਟਰੀ ਸੀ। ਤੇ ਅੱਜ ਆਪਣਾ ਲਾਸਟ ਚੈਪਟਰ ਹੈ 18ਵੀਂ ਸਦੀ ਵਿੱਚ ਭਾਰਤ। ਸਾਰੀ ਦੀ ਸਾਰੀ ਹਿਸਟਰੀ ਆਪਾਂ 7th ਕਲਾਸ ਦੀ ਕੰਪਲੀਟ ਕਰ ਚੁੱਕੇ ਹਾਂ, NCERT ਤੋਂ ਤੇ ਪੰਜਾਬ ਬੋਰਡ ਤੋਂ ਵੀ ਪੂਰਾ ਐਨਾਲਿਸਿਸ ਕਰਕੇ। ਠੀਕ ਹੈ, ਤੇ ਅੱਜ ਆਪਣਾ ਲਾਸਟ ਚੈਪਟਰ ਆ ਤੇ ਇਸ ਤੋਂ ਬਾਅਦ ਆਪਣੀ 7th ਕਲਾਸ ਦੀ ਹਿਸਟਰੀ ਬਹੁਤ ਹੀ ਘੈਂਟ ਤੇ ਜ਼ਬਰਦਸਤ ਤਰੀਕੇ ਦੇ ਨਾਲ ਜਿਹੜੀ ਆਪਾਂ ਸ਼ੁਰੂਆਤ ਕੀਤੀ ਸੀ ਉਹ ਕੰਪਲੀਟ ਹੋ ਜੂਗੀ। ਤੇ ਇਸ ਤੋਂ ਬਾਅਦ ਆਪਾਂ ਸ਼ੁਰੂਆਤ ਕਰਾਂਗੇ ਮਾਡਰਨ ਹਿਸਟਰੀ ਦੀ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ। ਠੀਕ ਆ, ਤੇ ਹੁਣ ਜਦੋਂ ਆਪਾਂ ਜਿਹੜਾ ਲਾਸਟ ਚੈਪਟਰ ਆਪਣਾ ਹੈਗਾ ਵਾ 18ਵੀਂ ਸਦੀ ਵਿੱਚ ਭਾਰਤ, ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਸੀਂ ਸਮਝੋ ਕਿ ਇਸ ਚੈਪਟਰ ਦੇ ਵਿੱਚ ਹੈਗਾ ਕੀ ਮੇਨ। ਇਹ ਚੈਪਟਰ ਸਾਨੂੰ ਦੱਸੂਗਾ, ਵੇਖੋ 1707 ਤੋਂ ਮਾਡਰਨ ਹਿਸਟਰੀ ਦੀ ਸ਼ੁਰੂਆਤ ਹੁੰਦੀ ਆ। ਕਿਉਂ ਹੁੰਦੀ ਆ? ਕਿਉਂਕਿ ਔਰੰਗਜ਼ੇਬ ਦੀ 1707 ਈਸਵੀ ਦੇ ਵਿੱਚ ਮੌਤ ਹੁੰਦੀ ਆ। ਹਾਲਾਂਕਿ ਇਤਿਹਾਸ ਸਾਨੂੰ ਦੱਸਦਾ, ਵੇਖੋ ਇਹ ਇੱਥੇ ਕਹਿ ਤਾਂ ਦਿੰਦੇ ਆ, ਵੇਖੋ ਇਹਨਾਂ ਨੇ ਮੁਗਲ ਕਾਲ ਦੇ ਵਿੱਚ ਸਾਰਿਆਂ ਦੀ ਮੌਤ ਬਾਰੇ ਦੱਸਿਆ, ਬਾਬਰ ਦੀ ਮੌਤ ਬਾਰੇ ਵੀ ਦੱਸਿਆ ਵਾ, ਹੁਮਾਯੂੰ ਦੀ ਮੌਤ ਬਾਰੇ ਵੀ ਦੱਸਿਆ ਵਾ ਕਿ ਉਹ ਪੌੜੀਆਂ ਤੋਂ ਡਿੱਗਣ ਕਾਰਨ ਉਹਦੀ ਮੌਤ ਹੋਈ, ਹਨਾ। ਤੇ ਕਿਤੇ ਨਾ ਕਿਤੇ ਦੱਸਦੇ ਆਏ ਆ ਇਹ, ਹਨਾ। ਪਰ ਇੱਕ ਬਹੁਤ ਹੀ ਸਵਾਲ ਖੜਾ ਹੁੰਦਾ ਵਾ ਕਿ ਔਰੰਗਜ਼ੇਬ ਦੀ ਮੌਤ ਬਾਰੇ ਇਹਨਾਂ ਨੇ ਇੱਥੇ ਕਿਉਂ ਨਹੀਂ ਜ਼ਿਕਰ ਕੀਤਾ ਵੀ ਆਖਰ ਔਰੰਗਜ਼ੇਬ ਦੀ ਮੌਤ ਕਿੱਦਾਂ ਹੁੰਦੀ ਆ, ਹਨਾ। ਤੇ ਕਿਤੇ ਨਾ ਕਿਤੇ ਇਹ ਚੀਜ਼ ਸਾਡੇ ਇਤਿਹਾਸ ਦੇ ਵਿੱਚੋਂ ਹਾਈਡ ਕੀਤੀ ਗਈ ਆ, ਜਾਣ ਬੁੱਝ ਕੇ ਕੀਤੀ ਗਈ ਆ ਜਾਂ ਪਤਾ ਨਹੀਂ ਕਿਉਂ ਕੀਤੀ ਗਈ ਆ। ਪਰ ਇੱਥੇ ਸਾਨੂੰ 1707 ਦਾ ਸਮਾਂ ਦੱਸਦੇ ਆ ਔਰੰਗਜ਼ੇਬ ਦੀ ਮੌਤ ਦਾ ਸਾਡੇ ਇਤਿਹਾਸ ਦੇ ਵਿੱਚ। ਪਰ ਇੱਥੇ ਤਾਂ ਹੁਣ ਮੈਂ ਤੁਹਾਨੂੰ ਨਹੀਂ ਦੱਸੂਗੀ ਕਿਉਂਕਿ ਆਪਾਂ ਇੱਕ ਵਾਰੀ ਪੇਪਰ ਕਲੀਅਰ ਕਰ ਲਈਏ, ਹਨਾ। ਪੇਪਰ ਕਲੀਅਰ ਕਰਨ ਤੋਂ ਬਾਅਦ ਆਪਾਂ ਥੋੜਾ ਜਿਹਾ ਫ੍ਰੀ ਹੋ ਜਾਾਂਗੇ। ਉਸ ਤੋਂ ਬਾਅਦ ਮੈਂ ਤੁਹਾਨੂੰ ਇਦਾਂ ਦੀਆਂ ਰੌਚਕ ਜੀਆਂ ਗੱਲਾਂ ਦੱਸੂਗੀ। ਵੇਖੋ ਔਰੰਗਜ਼ੇਬ ਦੀ ਮੌਤ ਕਿੱਦਾਂ ਹੁੰਦੀ ਆ। ਸਭ ਤੋਂ ਪਹਿਲਾਂ, ਹਨਾ, ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫਰਨਾਮਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਵੇਖੋ ਗੁਰੂ ਗੋਬਿੰਦ ਸਿੰਘ ਜੀ ਜ਼ਫਰਨਾਮੇ ਦੇ ਵਿੱਚ ਇਹਨੂੰ ਔਰੰਗਜ਼ੇਬ ਨੂੰ ਕਹਿੰਦੇ ਆ, ਰੱਬ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ, ਝੂਠ ਦੀ ਹੈ ਰੂਹ ਤੇਰੀ ਤੇ ਝੂਠ ਦਾ ਹੀ ਤੇਰਾ ਜਿਸਮ ਹੈ। ਮਤਲਬ ਇਹ ਕਿ ਜ਼ਫਰਨਾਮੇ ਦੇ ਵਿੱਚ ਹੁਣ ਗੁਰੂ ਜੀ ਨੇ ਕੀ ਕੀਤਾ, ਗੁਰੂ ਜੀ ਚਾਹੁੰਦੇ ਤਾਂ ਇਹਨੂੰ ਮਤਲਬ ਕਿ ਮਾਰ ਵੀ ਸਕਦੇ, ਪਰ ਗੁਰੂ ਜੀ ਨੇ ਇਹਦਾ ਹੰਕਾਰ ਮਾਰਿਆ ਔਰੰਗਜ਼ੇਬ ਦਾ। ਵੇਖੋ ਮਤਲਬ ਜੋ ਵੀ ਇਹਨੇ ਹੁਣ ਗੁਰੂ ਜੀ ਨੇ ਏਦਾਂ ਕਿਉਂ ਕਿਹਾ ਜ਼ਫਰਨਾਮੇ ਦੇ ਵਿੱਚ? ਸਾਡੇ ਗੁਰੂ ਜੀ ਨੇ ਕਿਹਾ ਕਿ ਰੱਬ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ। ਮਤਲਬ ਇਹ ਤੇ ਇਹਨੇ ਕਿਹਾ ਹੀ ਵੀ ਮਤਲਬ ਪਹਿਲਾਂ ਤਾਂ ਇਹਨਾਂ ਨੇ ਕੁਰਾਨ ਸ਼ਰੀਫ ਦੀਆਂ ਸਹੁੰਆਂ ਖਾਧੀਆਂ, ਕੁਰਾਨ ਸ਼ਰੀਫ ਦੀਆਂ ਸਹੁੰਆਂ ਖਾਧੀਆਂ ਵੀ ਤੁਸੀਂ ਅਨੰਦਪੁਰ ਦਾ ਕਿਲ੍ਹਾ ਛੱਡ ਕੇ ਚਲੇ ਜਾਓ, ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਦੇ, ਅਸੀਂ ਤੁਹਾਨੂੰ ਕੁਛ ਵੀ ਨਹੀਂ ਕਰਦੇ। ਕੁਰਾਨ ਸ਼ਰੀਫ ਦੀਆਂ ਸਹੁੰਆਂ ਖਾ ਕੇ ਇਹ ਚਲੇ ਗਏ, ਹਨਾ। ਤੇ ਮਤਲਬ ਸਹੁੰਆਂ ਖਾਧੀਆਂ ਇਹਨਾਂ ਨੇ ਕੁਰਾਨ ਸ਼ਰੀਫ ਦੀਆਂ, ਪਰ ਗੁਰੂ ਜੀ ਨੇ ਇਹਨਾਂ ਦੀ ਗੱਲ ਨਹੀਂ ਮੰਨੀ। ਕਿਉਂਕਿ ਗੁਰੂ ਜੀ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਸੀ ਕਹਿੰਦੇ। ਜਿੰਨਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਆਰਾ, ਉਹਨਾਂ ਨੂੰ ਵੀ ਓਨਾ ਕੁਰਾਨ ਸ਼ਰੀਫ ਪਿਆਰਾ, ਹਨਾ। ਤੇ ਗੁਰੂ ਜੀ ਨੇ ਇੱਕ ਆਦਰ ਮਾਣ ਲਈ ਜਿਹੜਾ ਕਿ ਉਹਨਾਂ ਦੇ ਧਾਰਮਿਕ ਗ੍ਰੰਥ ਦਾ ਗੁਰੂ ਜੀ ਨੇ ਸਤਿਕਾਰ ਕੀਤਾ, ਹਨਾ, ਵੀ ਇਹਨਾਂ ਨੇ ਸਹੁੰ ਖਾਧੀ ਆਪਣੇ ਗੁਰੂ ਦੀ, ਹਨਾ, ਤੇ ਝੂਠ ਥੋੜੀ ਬੋਲਣਗੇ, ਹਨਾ। ਤੇ ਵੇਖੋ ਇਹਨਾਂ ਨੇ ਗੁਰੂ ਜੀ ਨੇ ਜਦੋਂ ਇਹਨਾਂ ਨੇ ਕੁਰਾਨ ਸ਼ਰੀਫ ਦੀ ਸਹੁੰ ਖਾਧੀ ਤੇ ਗੁਰੂ ਜੀ ਨੇ ਗੱਲ ਮੰਨ ਲਈ ਤੇ ਇਹਨਾਂ ਨੇ ਮਤਲਬ ਗੁਰੂ ਜੀ ਕਿਲ੍ਹਾ ਛੱਡ ਕੇ ਚਲ ਗਏ। ਜੋ ਵੀ, ਹਨਾ, ਹੋਇਆ ਬਾਅਦ ਵਿੱਚ ਅਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਕੀ ਕੁਛ ਹੋਇਆ ਤੁਹਾਨੂੰ ਸਭ ਨੂੰ ਪਤਾ, ਹਨਾ। ਪੋਹ ਦੇ ਵਿੱਚ ਆਪਾਂ ਸਾਰੇ ਦਿਨ ਮਨਾ ਕੇ ਗਏ ਆ। ਤੇ ਗੁਰੂ ਜੀ ਬਾਅਦ ਵਿੱਚ ਜ਼ਫਰਨਾਮਾ ਲਿਖਦੇ ਆ ਕਿ ਰੱਬ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ। ਕਹਿੰਦੇ ਤੂੰ ਕੁਰਾਨ ਸ਼ਰੀਫ ਦੀ ਸਹੁੰ ਖਾਧੀ, ਪਤਾ ਨਹੀਂ ਤੇਰੀਆਂ ਜਿਹੜੀਆਂ ਤੂੰ ਕਸਮਾਂ ਖਾਧੀਆਂ, ਪਤਾ ਨਹੀਂ ਤੇਰੀਆਂ ਕਿੰਨੇ ਤਰ੍ਹਾਂ ਦੀਆਂ ਕਸਮਾਂ ਵਾ ਤੇਰੀਆਂ। ਝੂਠ ਦੀ ਰੂਹ ਤੇਰੀ ਤੇ ਝੂਠ ਦਾ ਹੀ ਤੇਰਾ ਜਿਸਮ ਆ, ਝੂਠ ਦੀ ਹੈ ਰੂਹ ਤੇਰੀ ਤੇ ਝੂਠ ਦਾ ਹੀ ਤੇਰਾ ਜਿਸਮ ਹੈ। ਪਤਾ ਨਹੀਂ ਤੇਰੀ ਝੂਠ ਦੇ ਨਾਲ ਹੀ ਤੇਰੀ ਰੂਹ ਬਣੀ ਹੈ ਤੇ ਝੂਠ ਦੇ ਨਾਲ ਹੀ ਤੇਰਾ ਜਿਸਮ ਬਣਿਆ ਵਾ। ਤੇ 30 ਸਾਲ ਇਹ ਭਟਕਦਾ ਰਿਹਾ ਜਿੱਥੇ ਔਰੰਗਜ਼ੇਬ ਜਿਹੜਾ ਵਾ, ਇਹ ਮੈਂ ਥੋੜਾ ਪੁਆਇੰਟ ਤੋਂ ਹਟ ਕੇ ਦੱਸ ਰਹੀ ਹਾਂ, ਠੀਕ ਹੈ। ਤੇ ਮੈਨੂੰ ਪਤਾ ਕਿ ਇਹ ਗੱਲਾਂ ਤੁਹਾਨੂੰ ਨਹੀਂ ਪਤਾ, ਠੀਕ ਹੈ। ਆਪਣਾ ਰਾਜ ਕਰਨ ਤੋਂ ਬਾਅਦ 30 ਸਾਲ ਭਟਕਦਾ ਰਿਹਾ ਵਾ, ਕਿਉਂਕਿ ਜਿੰਨੇ ਇਹਨੇ ਤਸੀਹੇ ਦਿੱਤੇ, ਇੰਨਾ ਕੁਝ ਕੀਤਾ ਇਹਨੇ, ਹਨਾ। ਤੇ
ਉਹਦਾ ਇਹ ਸਾਰਾ ਕੁਝ ਭੁਗਤ ਕੇ ਇੱਥੇ ਹੀ ਗਿਆ ਹਨਾ। 30 ਸਾਲ ਇਹ ਭਟਕਦਾ ਰਿਹਾ, ਝੁੱਗੀਆਂ 'ਚ ਫਿਰਦਾ ਰਿਹਾ, ਬਹੁਤ ਜ਼ਿਆਦਾ ਬੁਰਾ ਹਾਲ ਹੋਇਆ। ਸਭ ਤੋਂ ਪਹਿਲਾਂ ਜ਼ਫਰਨਾਮੇ ਦੇ ਰਾਹੀਂ ਗੁਰੂ ਜੀ ਨੇ ਇਹਦਾ ਹੰਕਾਰ ਮਾਰਿਆ ਸੀਗਾ ਔਰੰਗਜ਼ੇਬ ਦਾ। ਇਹ ਪੂਰੀ ਦੀ ਪੂਰੀ ਕਹਾਣੀ ਆ, ਇਹ ਮੈਂ ਤੁਹਾਨੂੰ ਜ਼ਰੂਰ ਪੂਰੀ ਦੀ ਪੂਰੀ ਕਹਾਣੀ ਸੁਣਾਉਂਗੀ। ਆਪਾਂ ਪੇਪਰ ਤੋਂ ਬਾਅਦ ਇਹੀ ਕੁਛ ਕਰਾਂਗੇ। ਫਿਲਹਾਲ ਆਪਾਂ ਪੇਪਰ ਕਲੀਅਰ ਕਰ ਲਈਏ ਤੇ ਆਪਾਂ ਜਾਂਦੇ ਹਾਂ ਆਪਣੇ ਟੌਪਿਕ ਤੇ। ਜਦੋਂ ਆਪਾਂ ਟੌਪਿਕ ਤੇ ਗੱਲ ਕਰਦੇ ਹਾਂ, ਵੇਖੋ 1707 ਈਸਵੀ ਦੇ ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗਲ ਸਾਮਰਾਜ ਦਾ ਪਤਨ ਹੋ ਗਿਆ। ਪਤਨ ਕਿਉਂ ਗਿਆ ਕਿ ਔਰੰਗਜ਼ੇਬ ਇੱਕ ਸ਼ਕਤੀਸ਼ਾਲੀ ਸ਼ਾਸਕ ਸੀਗਾ। ਜਦੋਂ ਇਹਦੀ ਮੌਤ ਹੁੰਦੀ ਉਸ ਤੋਂ ਬਾਅਦ ਜਿਹੜੇ ਛੋਟੇ ਮੋਟੇ ਰਾਜੇ ਆਉਂਦੇ ਆ, ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਿਹੜੇ ਸ਼ਾਸਕ ਆਏ ਉਹਨਾਂ ਨੂੰ ਉੱਤਰਾਕਾਲੀਨ ਮੁਗਲ ਕਾਲ ਕਿਹਾ ਜਾਂਦਾ। ਇਹ ਵੈਰੀ ਇੰਪੋਰਟੈਂਟ ਆ, ਪੁਆਇੰਟ ਨੋਟ ਕਰ ਲੈਣਾ, ਠੀਕ ਹੈ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਿਹੜੇ ਸ਼ਾਸਕ ਆਏ ਆ ਹੋਰ, ਉਹਨਾਂ ਨੂੰ ਉੱਤਰਕਾਲੀਨ ਮੁਗਲ ਕਿਹਾ ਗਿਆ। ਉੱਤਰਕਾਲੀਨ ਮੁਗਲ ਉਹਨਾਂ ਨੂੰ ਕਿਉਂ ਕਿਹਾ ਗਿਆ ਵੀ ਉਹ ਸ਼ਕਤੀਹੀਣ ਹੋ ਗਏ ਸੀ। ਮਤਲਬ ਕਿ ਹੁਣ ਮੁਗਲ ਕਾਲ ਜਿਹੜਾ ਔਰੰਗਜ਼ੇਬ ਸੀਗਾ ਹਨਾ, ਇਹਨਾਂ ਨੇ ਆਪਣੇ ਬਹੁਤ ਰਾਜਾਂ ਦਾ ਵਿਸਤਾਰ ਕੀਤਾ, ਦੂਰ ਦੂਰ ਤੱਕ ਇਹਨਾਂ ਨੇ ਰਾਜ ਕੀਤਾ ਸੀ। ਇਸ ਤੋਂ ਬਾਅਦ ਜਿਹੜੇ ਸ਼ਕਤੀਹੀਣ ਸ਼ਾਸਕ ਆਏ ਉਹ ਰਾਜ ਨੂੰ ਸੰਭਾਲ ਨਹੀਂ ਸਕੇ, ਜਿਹਦੀ ਵਜ੍ਹਾ ਕਰਕੇ ਮੁਗਲ ਕਾਲ ਦਾ ਜਿਹੜਾ ਸੀਗਾ ਪਤਨ ਹੋ ਗਿਆ। ਤੇ ਇਸ ਚੈਪਟਰ ਦੇ ਵਿੱਚ ਆਪਾਂ ਮੇਨਲੀ ਪੜ੍ਹਨਾ ਵਾ ਕਿ 1707 ਦੇ ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਕਿਹੜੇ ਕਿਹੜੇ ਸ਼ਾਸਕ ਉੱਠੇ, ਕਿਹੜੀਆਂ ਕਿਹੜੀਆਂ ਨਵੀਆਂ ਸ਼ਕਤੀਆਂ ਉਤਪੰਨ ਹੋਈਆਂ, ਕਿਹੜੇ ਰਾਜੇ ਹੋਂਦ ਦੇ ਵਿੱਚ ਆਏ, ਤੇ ਹੌਲੀ ਹੌਲੀ ਆਪਾਂ ਕਿਵੇਂ ਆਧੁਨਿਕ ਭਾਰਤ ਵੱਲ ਵੱਧਦੇ ਹਾਂ, ਕਿਵੇਂ ਆਪਾਂ ਮਾਡਰਨ ਯਾਨੀ ਕਿ ਇੱਥੇ ਸਾਡੀ ਮੈਡੀਵਲ ਹਿਸਟਰੀ ਦਾ ਐਂਡ ਹੋਣ ਵਾਲਾ ਵਾ ਤੇ ਇੱਥੋਂ ਸਾਡੀ ਮਾਡਰਨ ਹਿਸਟਰੀ ਦੀ ਸ਼ੁਰੂਆਤ ਹੋਣ ਵਾਲੀ ਆ। ਇਹ ਚੈਪਟਰ ਆ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ, ਠੀਕ ਹੈ। ਕਹਿੰਦੇ 1707 ਈਸਵੀ ਤੋਂ ਅੰਗਰੇਜ਼ ਔਰੰਗਜ਼ੇਬ ਦੀ ਮੌਤ ਤੋਂ ਬਾਅਦ 1761 ਜਦੋਂ ਕਿ ਪਾਣੀਪਤ ਦੀ ਤੀਸਰੀ ਲੜਾਈ ਹੁੰਦੀ ਆ ਤੱਕ ਕਈ ਨਵੀਆਂ ਰਾਜਨੀਤਿਕ ਸ਼ਕਤੀਆਂ ਉਤਪੰਨ ਹੋਈਆਂ। ਇਹੋ ਹੀ ਰਾਜਨੀਤਿਕ ਸ਼ਕਤੀਆਂ ਦੇ ਇਰਦ ਗਿਰਦ ਸਾਡਾ ਸਾਰਾ ਦਾ ਸਾਰਾ ਚੈਪਟਰ ਜਿਹੜਾ ਵਾ ਘੁੰਮਦਾ ਵਾ, ਠੀਕ ਹੈ। ਤੇ ਜਾਣੇ ਆਪਾਂ ਅੱਗੇ ਅਗਲੇ ਪੁਆਇੰਟ ਤੇ। ਦੇਖੋ ਇੱਕ ਚੀਜ਼ ਧਿਆਨ ਦੇ ਨਾਲ ਸਮਝਿਓ, ਠੀਕ ਹੈ, ਕਿਉਂਕਿ ਇੱਕ ਤੁਸੀਂ ਨਾਦਰ ਸ਼ਾਹ ਦਾ ਨਾਮ ਸੁਣਦੇ ਹੋ ਹਨਾ। ਨਾਦਰ ਸ਼ਾਹ ਦੇ ਹਮਲਿਆਂ ਦੇ ਬਾਰੇ ਗੱਲ ਕਰਦੇ ਆਪਾਂ ਹਨਾ। ਤੇ ਨਾਦਰ ਸ਼ਾਹ ਦਾ ਮੁੰਡਾ ਕੌਣ ਸੀ? ਅਹਿਮਦ ਸ਼ਾਹ ਅਬਦਾਲੀ, ਠੀਕ ਹੈ, ਅਹਿਮਦ ਸ਼ਾਹ ਅਬਦਾਲੀ। ਦੇਖੋ ਹੁੰਦਾ ਕੀ ਆ, ਸਾਨੂੰ ਸਾਰਿਆਂ ਨੂੰ ਪਤਾ ਵੀ ਔਰੰਗਜ਼ੇਬ ਜਿੰਨੇ ਵੀ ਇਹ ਮੁਗਲ ਸ਼ਾਸਕ ਸੀਗੇ ਹਨਾ, ਇਹਨਾਂ ਨੇ ਬਹੁਤ ਜ਼ਿਆਦਾ ਟੈਕਸ ਕਹਿ ਲਓ ਜਾਂ ਤੁਸੀਂ ਰਾਜਸਵ ਵੀ ਕਹਿ ਦਿੰਦੇ ਜਿਹਨੂੰ ਅਸੀਂ ਹਨਾ, ਇਹਨਾਂ ਨੇ ਇਹ ਲਗਾਏ ਹੋਏ ਸੀ ਕਿਸਾਨਾਂ ਤੇ ਜ਼ਿਮੀਂਦਾਰਾਂ ਤੇ ਹਨਾ। ਤੇ ਇਹਨਾਂ ਨੇ ਅੱਗੋਂ ਜਿਨ੍ਹਾਂ ਨੂੰ ਅਸੀਂ ਮਹਿਲਵਾੜੀ ਰੈਤਵਾੜੀ ਕੁਛ ਏਦਾਂ ਕਹਿ ਦਿੰਦੇ ਹਾਂ ਹਨਾ, ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਪੜ੍ਹਾ ਕੇ ਗਈ ਹਾਂ। ਹੁਣ ਵੇਖੋ ਔਰੰਗਜ਼ੇਬ ਦਾ ਇੰਨਾ ਕੁ ਜ਼ਿਆਦਾ ਕੰਟਰੋਲ ਹੀ ਇੰਨਾ ਕੁ ਜ਼ਿਆਦਾ ਕੰਟਰੋਲ ਹੀ ਕਿ ਜਿੰਨਾ ਕੁ ਟੈਕਸ ਨੇ ਇਕੱਠਾ ਕਰ ਲਈ ਕਿ ਜ਼ਿਮੀਂਦਾਰ ਜਿੰਨੇ ਵੀ ਹੈਗੇ ਸੀਗੇ ਉਹ ਓਨਾ ਹੀ ਇਕੱਠਾ ਕਰ ਸਕਦੇ ਸੀ ਜਿੰਨਾ ਔਰੰਗਜ਼ੇਬ ਨੇ ਕਿਹਾ, ਜਾਂ ਉਹਦਾ ਪੂਰਾ ਦਾ ਪੂਰਾ ਉਹਦਾ ਕੰਟਰੋਲ ਸੀਗਾ। ਹੁਣ ਹੁੰਦਾ ਕੀ ਆ ਕਿ ਜਦੋਂ ਔਰੰਗਜ਼ੇਬ ਦੀ ਮੌਤ ਹੋ ਜਾਂਦੀ ਆ ਤੇ ਇਹਦੀ ਮੌਤ ਤੋਂ ਬਾਅਦ ਜਿਹੜੇ ਹੋਰ ਸ਼ਾਸਕ ਆਉਂਦੇ ਆ ਉਹ ਤਾਂ ਸ਼ਕਤੀਹੀਣ ਸੀਗੇ। ਉਹ ਕੀ ਸੀਗੇ? ਸ਼ਕਤੀਹੀਣ ਸੀਗੇ। ਪਰ ਅੱਗੋਂ ਜਿਹੜੇ ਇਹਨਾਂ ਨੇ ਟੈਕਸ ਇਕੱਠਾ ਕਰਨ ਵਾਲੇ, ਰਾਜਸਵ ਇਕੱਠਾ ਕਰਨ ਵਾਲੇ ਲਾਏ ਹੋਏ ਸੀ ਹਨਾ, ਉਹ ਫਿਰ ਕਿੱਥੇ ਮੰਨਦੇ ਸੀ ਇਹਨਾਂ ਜਿਹੜੇ ਅੱਗੇ ਸ਼ਾਸਕ ਆਏ ਸ਼ਕਤੀਹੀਣ ਸੀਗੇ, ਇਹਨਾਂ ਤੋਂ ਕਿੱਥੇ ਡਰਦੇ ਡੁਰਦੇ ਸੀ। ਉਹਨਾਂ ਨੇ ਕੀ ਕੀਤਾ, ਇਹ ਜਿਹੜੇ ਟੈਕਸ ਇਕੱਠਾ ਰਾਜਸਵ ਇਕੱਠਾ ਕਰਨ ਵਾਲੇ ਸੀ ਇਹ ਇਹਨਾਂ ਤੋਂ ਡਰੇ ਨਹੀਂ ਤੇ ਇਹ ਆਪਦੀ ਮਰਜ਼ੀ ਨਾਲ ਟੈਕਸ ਇਕੱਠਾ ਕਰਨ ਲੱਗ ਗਏ, ਆਪਦੀਆਂ ਝੋਲੀਆਂ ਭਰ ਲੱਗ ਗਏ, ਜਿੰਨਾ ਮਰਜ਼ੀ ਕਰ ਵਸੂਲ ਲੈਣਾ ਹਨਾ। ਵੇਖੋ ਜੇ ਕਿਸੇ ਕਿਸਾਨ ਦੀ 2 ਕਿੱਲੇ ਜ਼ਮੀਨ ਆ ਜਾਂ 2 ਕਿੱਲੇ ਫਸਲ ਆ ਤੇ 1 ਕਿੱਲੇ ਦੀ ਸਾਰੀ ਫਸਲ ਆ ਟੈਕਸ ਇਕੱਠਾ ਕਰਨ ਵਾਲੇ ਢਿੱਡ 'ਚ ਚਲੀ ਜਾਂਦੀ ਸੀ ਹਨਾ। ਹੁਣ ਹੁੰਦਾ ਕੀ ਸੀ, ਜਿੰਨੇ ਵੀ ਸਾਡੇ ਕਿਸਾਨ ਸੀ, ਜਿੰਨੇ ਵੀ ਮਜ਼ਦੂਰ, ਕੋਈ ਵੀ ਕਹਿ ਲਓ, ਕੋਈ ਵੀ ਵਪਾਰੀ, ਜਿੰਨੇ ਵੀ ਟੈਕਸ ਭਰਦੇ ਸੀ ਹਨਾ, ਉਹਨਾਂ ਸਾਰਿਆਂ ਨੇ ਇਹਨਾਂ ਸ਼ਕਤੀਹੀਣ ਰਾਜਿਆਂ ਦਾ ਕੀ ਕਰਤਾ, ਵਿਰੋਧ ਕਰਨਾ ਸ਼ੁਰੂ ਕਰਤਾ ਵੀ ਜਾਓ ਅਸੀਂ ਨਹੀਂ ਦਿੰਦੇ ਟੈਕਸ, ਤੁਸੀਂ ਜੋ ਕਰਨਾ ਕਰ ਲਓ ਹਨਾ। ਇਸੇ ਹੀ ਕਰਕੇ ਤਾਂ ਇਹਨਾਂ ਕਾਰਨਾਂ ਕਰਕੇ ਹੀ ਤੇ ਮੁਗਲ ਕਾਲ ਦਾ ਹੌਲੀ ਹੌਲੀ ਪਤਨ ਹੋ ਗਿਆ ਤੇ ਹੌਲੀ ਹੌਲੀ ਨਵੀਆਂ ਰਾਜਨੀਤਿਕ ਸ਼ਕਤੀਆਂ ਉਤਪੰਨ ਹੋਈਆਂ, ਠੀਕ ਹੈ, ਨਵੀਆਂ ਰਾਜਨੀਤਿਕ ਸ਼ਕਤੀਆਂ ਉਤਪੰਨ ਹੋਈਆਂ। ਤੇ ਉਧਰੋਂ ਆ ਜਿਹੜਾ ਨਾਦਰ ਸ਼ਾਹ ਵਾ ਈਰਾਨ ਇਰਾਕ ਵੱਲੋਂ ਆਇਆ ਸੀ। ਇਹ ਕਿੱਥੋਂ ਆਇਆ ਸੀ? ਈਰਾਨ ਇਰਾਕ ਵੱਲੋਂ, ਠੀਕ ਆ। ਨਾਦਰ ਸ਼ਾਹ ਦਿੱਲੀ ਤੇ ਕੀ ਕਰ ਦਿੰਦਾ ਵਾ ਹਮਲਾ 1739 ਈਸਵੀ ਦੇ ਵਿੱਚ, ਵੈਰੀ ਇੰਪੋਰਟੈਂਟ, ਠੀਕ ਹੈ। 1739 ਈਸਵੀ ਦੇ ਵਿੱਚ ਨਾਦਰ ਸ਼ਾਹ ਹਮਲਾ ਕਰਦਾ ਵਾ ਦਿੱਲੀ ਤੇ
ਤੇ ਦਿੱਲੀ ਦੀ ਭਾਰੀ ਲੁੱਟ ਮਚਾਉਂਦਾ ਵਾ। ਠੀਕ ਆ, ਇਸ ਪੁਆਇੰਟ ਨੂੰ ਤੁਸੀਂ ਨੇ ਧਿਆਨ ਦੇ ਵਿੱਚ ਰੱਖਣਾ। ਠੀਕ ਆ, ਤੇ ਉਸ ਤੋਂ ਬਾਅਦ ਇੱਕ ਚੀਜ਼ ਹੋਰ, 1748 ਦੇ ਲਗਭਗ, ਠੀਕ ਆ, 1748 ਤੇ 1751 ਦੇ ਲਗਭਗ ਇਹਦਾ ਮੁੰਡਾ ਅਹਿਮਦ ਸ਼ਾਹ ਅਬਦਾਲੀ ਹਮਲੇ ਕਰਨੇ ਸ਼ੁਰੂ ਕਰ ਦਿੰਦਾ। ਠੀਕ ਆ, ਇਹਨੇ ਲਗਾਤਾਰ ਜਿਹੜੇ ਆ, ਠੀਕ ਆ, ਇਸ ਪੁਆਇੰਟ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ। ਜਿਹੜਾ ਇਹਦਾ ਮੁੰਡਾ ਸੀ ਨਾ ਆਪਣਾ, ਠੀਕ ਆ, ਹਾਂ, ਅਹਿਮਦ ਸ਼ਾਹ ਅਬਦਾਲੀ, ਹਨਾ, 1751 ਨੀਗਾ, 1761, 1748 ਤੋਂ ਲੈ ਕੇ 1761 ਤੱਕ ਤਾਂ ਅੱਗੋਂ ਇਹਦਾ ਮੁੰਡਾ ਨਾਦਰ ਸ਼ਾਹ ਦਾ, ਅਹਿਮਦ ਸ਼ਾਹ ਅਬਦਾਲੀ, ਇਹ ਹਮਲੇ ਕਰਦਾ ਰਹਿੰਦਾ ਵਾ। ਕਿੱਥੇ? ਭਾਰਤ ਤੇ ਕਿੰਨੇ ਹਮਲੇ ਕਰਦਾ? ਲਗਾਤਾਰ ਭਾਰਤ ਤੇ ਕਿੰਨੇ ਹਮਲੇ ਕਰਦਾ ਵਾ? ਇਹ ਲਗਾਤਾਰ 5 ਹਮਲੇ ਕਰਦਾ ਵਾ ਭਾਰਤ ਦੇ ਉੱਤੇ। ਜਿਹੜਾ ਸ਼ਾਹਜਹਾਨਾਬਾਦ ਸੀ ਨਾ, ਸ਼ਾਹਜਹਾਨਾਬਾਦ ਜਿਹੜਾ ਵਸਾਇਆ ਸੀਗਾ ਸ਼ਾਹਜਹਾਨ ਨੇ, ਉਹ ਵੀ ਆਂਦੇ ਕੀ ਬਣ ਗਿਆ ਸੀਗਾ? ਮਲਬੇ ਦਾ ਢੇਰ ਬਣਾਤਾ ਸੀਗਾ ਇਹਨਾਂ ਨੇ। ਆ ਜਿਹੜੇ ਸ਼ਹਿਰ ਸ਼ੂਰ ਵਸਾਏ ਸੀ ਨਾ ਔਰੰਗਜ਼ੇਬ ਨੇ, ਇਸੇ ਕਰਕੇ ਤਾਂ ਕਹਿੰਦੇ ਹੁੰਦੇ ਆ ਵੀ ਹੰਕਾਰਿਆ ਸੋ ਮਾਰਿਆ। ਇਹਨਾਂ ਨੂੰ ਹੰਕਾਰ ਬੜਾ ਸੀ ਵੀ ਸਾਡੇ ਤੋਂ ਸ਼ਕਤੀਸ਼ਾਲੀ ਕੋਈ ਹੈ ਨਹੀਂ। ਇਹਨਾਂ ਨੇ ਜਿੰਨੇ ਵੀ ਇਹਨਾਂ ਦੇ ਮਹਿਲ ਮੂਲ ਸੀ ਸਭ ਢਾਤੇ ਸੀ। ਦਿੱਲੀ ਦੇ ਵਿੱਚ ਪੂਰਾ ਇਹਨਾਂ ਨੇ ਲੁੱਟ ਮਚਾਈ ਸੀ। ਤੇ ਸ਼ਾਹਜਹਾਨ ਜਿਹੜਾ ਸ਼ਾਹਜਹਾਨ ਨੇ ਜਿਹੜਾ ਸ਼ਹਿਰ ਵਸਾਇਆ ਸੀ ਸ਼ਾਹਜਹਾਨਾਬਾਦ, ਹਨਾ, ਇਹ ਵੀ ਮਲਬੇ ਦਾ ਢੇਰ ਬਣਾਤਾ ਸੀ ਅਹਿਮਦ ਸ਼ਾਹ ਅਬਦਾਲੀ ਨੇ। ਠੀਕ ਹੈ, ਬਸ ਇੱਥੋਂ ਹੀ ਸਾਡੀ ਅਸਲੀ ਸ਼ੁਰੂਆਤ ਹੁੰਦੀ ਆ। ਟੀਪੂ ਸੁਲਤਾਨ, ਹੈਦਰ ਅਲੀ, ਜਿੰਨੇ ਵੀ ਫਰਖੁਸ਼ੀਅਰ, ਹਨਾ, ਇਹ ਸਾਰੀਆਂ ਰਾਜੇ ਜਿਹੜੇ ਆ ਇਹਨਾਂ ਨੂੰ ਆਪਾਂ ਪੜ੍ਹਦੇ ਆ। ਦੇਖੋ, ਸਾਡੀ ਪੰਜਾਬ ਬੋਰਡ ਦੀ ਬੁੱਕ ਦੇ ਵਿੱਚ ਇਹਨਾਂ ਨੇ ਮੁਗਲ ਸਾਮਰਾਜ ਦਾ ਅੰਤ ਕਿੱਦਾਂ ਹੁੰਦਾ ਇਹ ਵੀ ਦੱਸਿਆ। ਪਰ ਵੇਖੋ NCERT ਦੇ ਵਿੱਚ ਸਾਨੂੰ ਕੋਈ ਵੀ ਏਦਾਂ ਦਾ ਡਾਟਾ ਨਹੀਂ ਮਿਲਦਾ। ਮੈਂ ਇਸੇ ਕਰਕੇ ਕਹਿੰਦੀ ਹੁੰਦੀ ਆ, ਮੇਰਾ ਜੋ ਟੀਚਿੰਗ ਮੈਥਡ ਆ ਵੀ NCERT ਤੇ ਨਿਰਾ ਫੋਕਸ ਕਰਨਾ ਵੀ ਗਲਤ ਆ, ਪੰਜਾਬ ਬੋਰਡ ਤੇ ਵੀ ਨਿਰਾ ਫੋਕਸ ਕਰਨਾ ਗਲਤ ਆ। ਮਤਲਬ ਕਿਸੇ ਇੱਕ ਚੀਜ਼ ਤੇ ਫੋਕਸ ਨਹੀਂ ਕਰਨਾ, ਨਾ ਹੀ ਅਸੀਂ ਇੱਕ ਚੀਜ਼ ਨੂੰ ਛੱਡਣਾ। ਮਤਲਬ ਕਿ ਦੋਨਾਂ ਤਾਂ ਕਰੋ, ਨਾਲੇ ਤਾਂ ਪਤਾ ਲੱਗਦਾ ਜਾਂਦਾ ਵੀ ਫਰਕ ਕੀ ਆ। ਹੁਣ ਵੇਖੋ, ਮੁਗਲ ਕਾਲ ਦਾ ਜਿੰਨਾ ਵੀ ਅੰਤ ਆ ਉਹ ਸਾਨੂੰ ਪੰਜਾਬ ਬੋਰਡ ਦੱਸਦੀ, ਨਾ ਕਿ NCERT ਦਾ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਸਿੱਧਾ ਹੀ ਇਹ ਦੱਸਣ ਲੱਗ ਗਈ ਵੀ ਕਿਹੜੀਆਂ ਨਵੀਆਂ ਰਾਜਨੀਤਿਕ ਸ਼ਕਤੀਆਂ ਉਤਪੰਨ ਹੋਈਆਂ। ਕੁਝ ਵੀ ਨਹੀਂ ਦੱਸਦੇ ਵੀ ਔਰੰਗਜ਼ੇਬ ਤੋਂ ਬਾਅਦ ਕਿਹੜੇ ਰਾਜੇ ਆਏ ਤੇ ਕਿੱਦਾਂ ਉਹਨਾਂ ਦਾ ਅੰਤ ਹੋਇਆ। ਬਹੁਤ ਸੋਹਣੀ ਜਾਣਕਾਰੀ ਸਾਨੂੰ ਸਾਡੀ ਬੁੱਕ ਹੀ ਦੱਸਦੀ ਆ। ਵੇਖੋ, ਬਹਾਦਰ ਸ਼ਾਹ 1707 ਦੇ ਵਿੱਚ ਗੱਦੀ ਤੇ ਬਹਿੰਦਾ, ਕਿਉਂਕਿ 1707 ਦੇ ਵਿੱਚ ਔਰੰਗਜ਼ੇਬ ਦੀ ਕੀ ਹੁੰਦੀ ਆ? ਮੌਤ ਹੁੰਦੀ ਆ। ਤੇ 1707 ਦੇ ਵਿੱਚ ਬਹਾਦਰ ਸ਼ਾਹ ਜਿਹੜਾ ਵਾ ਇਹ ਕੀ ਆ? ਇਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ ਜਿਹੜਾ ਵਾ ਇਹ ਬਹਿੰਦਾ ਵਾ ਰਾਜ ਗੱਦੀ ਦੇ ਉੱਤੇ। ਠੀਕ ਆ, ਇਹਨੇ ਸਿਰਫ 6 ਸਾਲ ਰਾਜ ਕੀਤਾ। ਠੀਕ ਹੈ, ਇਹਦੇ ਬਾਰੇ ਯਾਦ ਰੱਖਿਓ, ਇਹਨੇ ਸਿਰਫ 6 ਸਾਲ ਰਾਜ ਕੀਤਾ, ਹਨਾ। ਜਾਨੀ ਕਿ ਮੰਨ ਕੇ ਚਲੋ 1713 ਤੱਕ ਇਹਨੇ ਰਾਜ ਕੀਤਾ, ਹਨਾ, 6 ਸਾਲ। ਜਦੋਂ ਇਹਨੇ ਇੰਨਾ ਕੁ ਰਾਜ ਕੀਤਾ, ਮਰਾਠੇ ਤੇ ਪਠਾਨ ਕਹਿ ਲਓ, ਮਤਲਬ ਕਿ ਇਹ ਕਮਜ਼ੋਰ ਸ਼ਾਸਕ ਸੀਗਾ। ਮਤਲਬ ਇਹ ਉਹਨਾਂ ਤੋਂ ਹਾਰ ਗਿਆ ਸੀਗਾ। ਤੇ ਜਦੋਂ ਇਹ ਉਹਨਾਂ ਤੋਂ ਹਾਰ ਗਿਆ ਤੇ ਇਹਦਾ ਪੁੱਤਰ ਅੱਗੇ ਜਹਾਂਦਰ ਸ਼ਾਹ ਬਹਾਦਰ ਸ਼ਾਹ ਦਾ ਪੁੱਤਰ ਹੀ ਇਹ ਗੱਦੀ ਤੇ ਬਹਿੰਦਾ ਵਾ। ਇੱਕ ਨਾ ਹੁਸੈਨ ਅਲੀ ਤੇ ਅਬਦੁਲ, ਇਹ ਦੋਵੇਂ ਕੀ ਸੀ? ਸਕੇ ਭਰਾ ਸੀ। ਠੀਕ ਆ, ਇਹ ਜਿਹੜੇ ਸੀਗੇ ਇਹ ਚਾਹੁੰਦੇ ਸੀ ਵੀ ਜਹਾਦਰ ਸ਼ਾਹ ਨੂੰ ਅਸੀਂ ਆਪਣੇ ਹੱਥਾਂ ਦੇ ਵਿੱਚ ਕਠਪੁਤਲੀ ਬਣਾ ਲਈਏ, ਵੀ ਆਪਣਾ ਚਮਚਾ ਬਣਾ ਲਈਏ, ਜੋ ਅਸੀਂ ਕਵਾਂਗੇ ਜਹਾਦਰ ਸ਼ਾਹ ਉਹੀ ਕਰੇ। ਪਰ ਇਹ ਝੁਕਣ ਵਾਲਾ ਬੰਦਾ ਨਹੀਂ ਸੀ, ਅਣਖੀ ਜਿਹਾ ਬੰਦਾ ਸੀ, ਹਨਾ। ਇਹ ਕਹਿੰਦਾ ਮੈਂ ਨਹੀਂ ਝੁਕਦਾ, ਤੁਸੀਂ ਲਾ ਲਓ ਜ਼ੋਰ, ਹਨਾ। ਤੇ ਜਦੋਂ ਅਗਲਾ ਝੁਕਿਆ ਨਹੀਂ ਤੇ ਇਹਨਾਂ ਦੋਵਾਂ ਭਰਾਵਾਂ ਨੇ ਫੜ ਕੇ ਕੀ ਕਰਤਾ? ਜਹਾਦਰ ਸ਼ਾਹ ਨੂੰ ਕਤਲ ਕਰਤਾ। ਉਸ ਤੋਂ ਬਾਅਦ ਆਇਆ ਫੁਰਖੁਸ਼ੀਅਰ ਜਹਾਦਰ ਸ਼ਾਹ ਦਾ ਪੁੱਤਰ ਨਹੀਂ ਸੀ, ਇਹ ਕੀ ਸੀ? ਜਹਾਦਰ ਸ਼ਾਹ ਦਾ ਭਤੀਜਾ ਸੀ। ਕਿਹਦਾ ਸੀ? ਜਹਾਦਰ ਸ਼ਾਹ ਦਾ ਅੱਗੋਂ ਭਤੀਜਾ ਸੀ। ਹੁਣ ਕੀ ਇਹਨੇ ਰਾਜ ਕੀਤਾ 1713 ਤੋਂ ਲੈ ਕੇ 1719 ਤੱਕ। ਦੇਖੋ, 1707 ਤੋਂ 13 ਤੱਕ ਕੌਣ ਆਇਆ? ਠੀਕ ਹੈ, 1707 ਤੱਕ ਆਇਆ ਆਪਣਾ ਬਹਾਦਰ ਸ਼ਾਹ। ਉਸ ਤੋਂ ਬਾਅਦ 1713 ਦੇ ਵਿੱਚ ਆ ਜਾਂਦਾ ਵਾ ਜਹਾਦਰ ਸ਼ਾਹ। ਠੀਕ ਹੈ, ਉਹ ਵੀ ਕੁਝ ਕੁ ਮਹੀਨੇ ਹੀ ਰਾਜ ਕਰਦਾ। ਉਹ ਤਾਂ ਫਿਰ ਵੀ 6 ਸਾਲ ਕਰ ਗਿਆ, ਇਹ ਕੁਝ ਕੁ ਮਹੀਨੇ ਹੀ ਰਾਜ ਕਰਦਾ, ਕਿਉਂਕਿ ਅਗਲਾ ਈਨ ਨਹੀਂ ਸੀ ਮੰਨਦਾ, ਅਗਲਿਆਂ ਦੇ ਥੱਲੇ ਨਹੀਂ ਸੀ ਲੱਗਣਾ ਚਾਹੁੰਦਾ, ਚਮਚਾ ਨਹੀਂ ਸੀ ਉਹਨਾਂ ਦਾ ਬਣਨਾ ਚਾਹੁੰਦਾ, ਅਗਲਿਆਂ ਨੇ ਫੜ ਕੇ ਕਤਲ ਕਰਤਾ, ਹਨਾ। ਉਸ ਤੋਂ ਬਾਅਦ ਫੁਰਖੁਸ਼ੀਅਰ ਜਿਹੜਾ ਸੀਗਾ ਇਹ ਕੀ ਸੀਗਾ? ਜਹਾਦਰ ਸ਼ਾਹ ਦਾ ਭਤੀਜਾ। ਹੁਣ ਇੱਕ ਬਹੁਤ ਇੰਪੋਰਟੈਂਟ ਚੀਜ਼ ਕਿ ਆ ਜਿਹੜਾ ਫੁਰਖੁਸ਼ੀਅਰ ਆ ਨਾ,
ਨਾਂ ਤੇ ਇਹਦਾ ਬੜਾ ਘੈਂਟ ਪਰ ਇਹਦੇ ਪੱਲੇ ਕੱਖ ਨਹੀਂ ਸੀ ਹੈਗਾ ਹਨਾ। ਇਹ ਸਿਰਫ ਨਾਂ ਦਾ ਹੀ ਰਾਜਾ ਸੀਗਾ। ਕਿਉਂਕਿ ਆ ਤਾਂ ਜਹਾਂਗੀਰ ਸ਼ਾਹ ਜਿਹੜਾ ਇਹਦਾ ਚਾਚਾ ਸੀ, ਚਾਚੇ ਨੇ ਤੇ ਭੋਰਾ ਵੀ ਇੰਨੀ ਮੰਨੀ, ਚਾਚਾ ਤੇ ਪੂਰਾ ਅਣਖੀ ਹੀ, ਤੇ ਫੁਰਖੁਸ਼ੀਅਰ ਨੇ ਅੱਗੇ ਆ ਕੇ ਉਹਦੀ ਪੱਗ ਨੂੰ ਦਾਗ ਹੀ ਲਾਤਾ, ਹਿਸਾਬ ਲਾ ਲਓ ਹਨਾ। ਵੇਖੋ ਪੱਗ ਪੁੱਗ ਤਾਂ ਕੀ, ਪੱਗ ਤਾਂ ਚਲੋ ਆਪਣੇ ਪੰਜਾਬੀਆਂ ਦੀ ਆ, ਕਹਿ ਲਓ ਵੀ ਉਹਨਾਂ ਦੀ ਇੱਜ਼ਤ ਨੂੰ ਹਨਾ ਦਾਗ ਲਾਤਾ ਹਨਾ। ਦਾਗ ਕਿੱਦਾਂ ਲਾਤਾ ਵੀ ਜਹਾਂਗੀਰ ਸ਼ਾਹ ਨੇ ਉਹਨਾਂ ਦੀ ਇੰਨੀ ਮੰਨੀ, ਮਰਨੀ ਮਰ ਗਿਆ ਵਿਚਾਰਾ ਹਨਾ। ਫੁਰਖੁਸ਼ੀਅਰ ਜਿਹੜਾ ਸੀ ਪੂਰਾ ਉਹਨਾਂ ਦਾ ਚਮਚਾ ਬਣ ਗਿਆ, ਮਤਲਬ ਨਾਂ ਦਾ ਹੀ ਰਾਜਾ ਸੀਗਾ। ਸਾਰਾ ਰਾਜ ਕੌਣ ਕਰਦੇ ਸੀ? ਇਹੋ ਹੀ ਹੁਸੈਨ, ਅਲੀ ਤੇ ਅਬਦੁਲ, ਸਾਰਾ ਰਾਜ ਪ੍ਰਬੰਧ ਇਹੋ ਸੰਭਾਲਦੇ ਸੀ। ਫੁਰਖੁਸ਼ੀਅਰ ਨਾਮ ਦਾ ਹੀ ਰਾਜਾ ਸੀਗਾ, ਬਸ ਇੱਕ ਮੋਹਰ ਸੀ ਵੀ ਇਹ ਰਾਜਾ ਵਾ, ਠੀਕ ਆ। ਬਾਕੀ ਸਾਰਾ ਹੀ ਰਾਜ ਕੌਣ ਸੰਭਾਲਦੇ ਸੀਗੇ? ਇਹ ਦੋਵੇਂ ਭਰਾ ਸੰਭਾਲਦੇ ਸੀ। ਇਹ ਦੋਵੇਂ ਭਰਾ ਕੌਣ ਆ? ਇਹ ਉਹੀ ਦੋਵੇਂ ਭਰਾ ਆ ਜਿਨ੍ਹਾਂ ਨੂੰ ਤੁਸੀਂ ਇਤਿਹਾਸ ਦੇ ਵਿੱਚ ਸਈਦ ਭਰਾ ਦੇ ਨਾਮ ਨਾਲ ਜਾਣਦੇ। ਗੱਲ ਕਲੀਅਰ, ਠੀਕ ਆ। ਉਸ ਤੋਂ ਬਾਅਦ ਆਇਆ ਮੁਹੰਮਦ ਸ਼ਾਹ, ਇਹਨੇ ਆ ਕੇ ਸਿਰਾ ਹੀ ਕਰਾਤਾ। ਇਹਨੇ ਕਿੱਦਾਂ ਸਿਰਾ ਕਰਾਤਾ? ਇਹਨੇ ਸਈਦ ਭਰਾਵਾਂ ਨੂੰ ਮਾਰਤਾ, ਕਹਿੰਦਾ ਆ ਹੋ ਗਿਆ ਤੁਹਾਡਾ ਬੇੜਾ ਬੰਨੇ। 1719 ਤੋਂ ਲੈ ਕੇ 1748 ਤੱਕ ਇਹ ਰਾਜ ਕਰਦਾ ਵਾ। ਤੇ ਮੁਹੰਮਦ ਸ਼ਾਹ ਨੇ ਆ ਕੇ ਸਾਰੇ ਬਦਲੇ ਲਏ, ਜਹਾਂਗੀਰ ਸ਼ਾਹ ਦੇ, ਫੁਰਖੁਸ਼ੀਅਰ ਦੇ ਬਦਲੇ ਲੈ ਕੇ, ਠੀਕ ਆ। ਇਹ ਜ਼ਿਕਰ ਤਾਂ ਨਹੀਂ ਮਿਲਦਾ ਵੀ ਮੁਹੰਮਦ ਸ਼ਾਹ ਫੁਰਖੁਸ਼ੀਅਰ ਦੇ ਜਹਾਂਗੀਰ ਸ਼ਾਹ ਦਾ ਕੀ ਲੱਗਦਾ ਸੀ, ਇਹ ਜ਼ਿਕਰ ਨਹੀਂ ਮਿਲਦਾ ਸਾਨੂੰ ਇਤਿਹਾਸ ਦੇ ਵਿੱਚ। ਪਰ ਇਹਨੇ ਸਈਦ ਭਰਾਵਾਂ ਨੂੰ ਮਾਰਿਆ ਸੀਗਾ। ਫੁਰਖੁਸ਼ੀਅਰ ਤੇ ਜਹਾਂਗੀਰ ਸ਼ਾਹ ਦੇ ਨਾਲ ਇਹਨਾਂ ਨੇ ਜੋ ਕੀਤਾ ਬਦਲਾ ਲਿਆ ਸੀਗਾ। ਕਿਉਂਕਿ ਇਹਨਾਂ ਨੇ, ਭਾਵੇਂ ਕਿ ਫੁਰਖੁਸ਼ੀਅਰ ਨੇ ਪਹਿਲਾਂ ਤੇ ਚਮਚਾਗਿਰੀ ਉਹਨਾਂ ਦੀ ਕਰਦਾ ਰਿਹਾ, ਸਾਰਾ ਰਾਜ ਉਹਨਾਂ ਦਾ, ਸਾਰਾ ਰਾਜ ਉਹਨਾਂ ਦੇ ਹੱਥਾਂ ਵਿੱਚ ਦਿੱਤਾ ਸੀ। ਫਿਰ ਜਦੋਂ ਅੱਖਾਂ ਜੀਆਂ ਖੁੱਲੀਆਂ ਫੁਰਖੁਸ਼ੀਅਰ ਦੀਆਂ ਵੀ ਮੈਂ ਤੇ ਗਲਤ ਕਰ ਰਿਹਾ ਵਾਂ, ਵੀ ਇੰਨੇ ਸਾਲ ਉਹਨਾਂ ਨੂੰ ਸਾਰਾ ਕੁਝ ਉਹਨਾਂ ਦੇ ਹੱਥਾਂ ਵਿੱਚ ਸੌਂਪ ਕੇ ਤੂੰ ਮੁੜ ਕੇ ਆਖੇਗੀ ਨਹੀਂ ਆ ਜਾਓ, ਮੇਰਾ ਵਾ ਸਾਰਾ ਕੁਝ, ਮੈਨੂੰ ਦੋ, ਮੈਂ ਰਾਜਾ, ਤੁਸੀਂ ਕੌਣ ਹੁੰਦੇ ਆ? ਤੇ ਅਗਲੇ ਤਾਂ ਇੰਨੇ ਸਾਲ ਰਾਜ ਕਰ ਸਾਰਾ ਕੁਝ ਸੰਭਾਲੇ ਜਾਂਦੇ, ਮੁੜ ਕੇ ਅਗਲੇ ਆਉਂਦੇ ਸੀ ਉਸ ਕੋਲ ਤੇ ਜਦੋਂ ਉਹਨਾਂ ਦੇ ਵਿਰੋਧ ਦੇ ਵਿੱਚ, ਜਿੰਨਾ ਚਿਰ ਤੇ ਉਹਨਾਂ ਦੇ ਥੱਲੇ ਲੱਗ ਕੇ ਕੰਮ ਕਰਦਾ ਰਿਹਾ ਹਨਾ, ਉਹਨਾਂ ਚਿਰ ਤੇ ਠੀਕ, ਉਹਨੂੰ ਕੁਛ ਵੀ ਨਹੀਂ ਕੀਤਾ। ਜਦੋਂ ਫੁਰਖੁਸ਼ੀਅਰ ਉਹਨਾਂ ਦੇ ਵਿਰੋਧ ਦੇ ਵਿੱਚ ਖੜਾ ਹੋ ਗਿਆ ਤੇ ਇਹਨਾਂ ਨੇ ਉਹਨੂੰ ਵੀ ਮਾਰਤਾ। ਮੁਹੰਮਦ ਸ਼ਾਹ ਨੇ ਬਦਲਾ ਲਿਆ ਸੀਗਾ ਜਹਾਂਗੀਰ ਸ਼ਾਹ ਤੇ ਫੁਰਖੁਸ਼ੀਅਰ ਦੇ ਨਾਲ ਜੋ ਕੁਝ ਵੀ ਇਹਨਾਂ ਸਈਦ ਭਰਾਵਾਂ ਨੇ ਕੀਤਾ। ਉਸ ਤੋਂ ਬਾਅਦ ਆਉਂਦਾ ਵਾ ਬਹਾਦਰ ਸ਼ਾਹ ਜ਼ਫਰ। ਹੁਣ ਨਾ ਬਸ ਫਰਕ ਇਹ ਆ, ਬਹਾਦਰ ਸ਼ਾਹ ਤੇ ਬਹਾਦਰ ਸ਼ਾਹ ਜ਼ਫਰ ਇੱਕ ਬੰਦਾ ਨਹੀਂਗਾ, ਇਹ ਦੋ ਅਲੱਗ-ਅਲੱਗ ਬੰਦੇ ਆ। ਜੇ ਤਾਂ ਤੁਹਾਨੂੰ ਇਹ ਕਨਫਿਊਜ਼ਨ ਪਹਿਲਾਂ ਕੋਈ ਹੈਗੀ ਆ, ਜਰੂਰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਬਹਾਦਰ ਸ਼ਾਹ ਨੂੰ ਤੇ ਬਹਾਦਰ ਸ਼ਾਹ ਜ਼ਫਰ ਨੂੰ ਇੱਕ ਹੀ ਮੰਨਦੇ ਆਏ ਹੋ ਅੱਜ ਤੱਕ। ਨਹੀਂ, ਇਹ ਦੋ ਬੰਦੇ ਆ। ਬਹਾਦਰ ਸ਼ਾਹ ਤੇ ਜਹਾਂਗੀਰ ਸ਼ਾਹ, ਫੁਰਖੁਸ਼ੀਅਰ, ਮੁਹੰਮਦ ਸ਼ਾਹ, ਤੇ ਕਿਤੇ ਐਂਡ ਤੇ ਜਾ ਕੇ ਸਭ ਤੋਂ ਐਂਡ ਤੇ ਆਉਂਦਾ ਹੀ ਬਹਾਦਰ ਸ਼ਾਹ ਜ਼ਫਰ ਆ। ਮੁਗਲ ਸ਼ਾਸਕ ਦਾ ਆਖਰੀ ਸ਼ਾਸਕ ਹੀ ਬਹਾਦਰ ਸ਼ਾਹ ਜ਼ਫਰ ਆ। 1858 ਦੇ ਵਿੱਚ ਇਹਨੂੰ ਗੱਦੀ ਤੋਂ ਉਤਾਰ ਕੇ ਅੰਗਰੇਜ਼ਾਂ ਨੇ ਇਹਨੂੰ ਕੀ ਕੀਤਾ ਸੀਗਾ, 1858 ਦੇ ਵਿੱਚ ਅੰਗਰੇਜ਼ ਜਦੋਂ ਆ ਗਏ, ਕੰਪਨੀਆਂ ਸਟੈਬਲਿਸ਼ ਕਰ ਲਈਆਂ ਇਹਨਾਂ ਨੇ ਹਨਾ, ਸਾਰਾ ਕੁਝ ਮੈਂ ਤੁਹਾਨੂੰ ਪੜਾਇਆ। ਗੋਆ ਹੋ ਗਿਆ, ਮਸੂਲੀਪਟਨਮ, ਸੂਰਤ, ਜਿੱਦਾਂ ਹੌਲੀ ਹੌਲੀ ਅੰਗਰੇਜ਼ਾਂ ਨੇ ਆ ਕੇ ਅਧਿਕਾਰ ਜਮਾ ਲਿਆ। ਤੇ ਬਹਾਦਰ ਸ਼ਾਹ ਜ਼ਫਰ ਜਿਹੜਾ ਆਪਾਂ 1857 ਈਸਵੀ ਦਾ ਵਿਦਰੋਹ ਨਹੀਂ ਆਪਾਂ ਪੜ੍ਹਦੇ, 1857 ਈਸਵੀ ਦੇ ਵਿਰੋਧ ਦੇ ਮਗਰੋਂ ਜਿਹੜੇ ਆਪਣੇ ਭਾਰਤੀ ਹੈਗੇ ਸੀਗੇ, ਉਹਨਾਂ ਨੇ ਕੀ ਕੀਤਾ ਸੀਗਾ, ਬਹਾਦਰ ਸ਼ਾਹ ਜ਼ਫਰ ਨੂੰ ਹੀ ਆਪਣਾ ਨੇਤਾ ਮੰਨ ਲਿਆ ਸੀ, ਕਿਉਂਕਿ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ ਹੈਗਾ। ਫਿਰ ਅੰਗਰੇਜ਼ਾਂ ਨੇ ਆ ਕੇ 1858 ਦੇ ਵਿੱਚ ਇਹਨੂੰ ਗੱਦੀ ਤੋਂ ਲਾਹ ਕੇ ਮੁਗਲ ਸਾਮਰਾਜ ਦਾ ਕੀ ਕਰਤਾ, ਅੰਤ ਕਰਤਾ। ਏਦਾਂ ਹੋਇਆ ਸੀ ਮੁਗਲ ਸਾਮਰਾਜ ਦਾ ਅੰਤ। ਸੋ ਬਹਾਦਰ ਸ਼ਾਹ, ਜਹਾਂਗੀਰ ਸ਼ਾਹ, ਫੁਰਖੁਸ਼ੀਅਰ, ਮੁਹੰਮਦ ਸ਼ਾਹ, ਬਹਾਦਰ ਸ਼ਾਹ ਜ਼ਫਰ, ਇਹ ਨਾਮ ਯਾਦ ਰੱਖਣੇ ਆ। ਕਹਾਣੀ ਵਾਂਗੂ ਮੈਂ ਤੁਹਾਨੂੰ ਦੱਸਦਾ, ਮੈਨੂੰ ਇੰਨਾ ਕੁ ਮੈਨੂੰ ਉਮੀਦ ਆ ਤੁਹਾਡੇ ਤੋਂ, ਜਿਹੜੇ ਬੱਚੇ ਮੇਰੇ ਚੈਨਲ ਦੇ ਨਾਲ ਪੁਰਾਣੇ ਜੁੜੇ ਆ, ਮੈਂ ਇੰਨੀ ਕੁ ਉਮੀਦ ਜ਼ਰੂਰ ਕਰਦੀ ਆ ਕਿ ਤੁਹਾਨੂੰ ਕਹਾਣੀ ਵਾਂਗੂ ਯਾਦ ਹੋ ਗਿਆ, ਤੁਹਾਨੂੰ ਫੁਰਖੁਸ਼ੀਅਰ ਦਾ ਪਤਾ ਲੱਗ ਗਿਆ ਹੋਊਗਾ ਵੀ ਇਹਦਾ ਅੰਤ ਕਿੱਦਾਂ ਹੋਇਆ, ਜਹਾਂਗੀਰ ਸ਼ਾਹ ਦਾ ਕਿੱਦਾਂ ਹੋਇਆ, ਸਈਦ ਭਰਾ ਕੀ ਸੀ ਤੇ ਇਹਨਾਂ ਨੇ ਕੀ ਕੀਤਾ ਸੀ, ਠੀਕ ਆ। ਬਹਾਦਰ ਸ਼ਾਹ ਦੇ ਨਾਲ ਕੀ ਹੋਇਆ। ਇਟ ਮੀਨਸ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਮੁਗਲਾਂ ਦਾ ਜਿਹੜਾ ਅੰਤ ਆ ਉਹ ਕਿੱਦਾਂ ਹੋਇਆ। ਉਸ ਤੋਂ ਬਾਅਦ ਅੱਗੇ ਆਉਂਦੀਆਂ ਸਾਡੀਆਂ ਰਾਜਨੀਤਿਕ ਸ਼ਕਤੀਆਂ। ਵੇਖੋ NCERT ਸਾਨੂੰ ਰਾਜਪੂਤ ਰਾਜਿਆਂ ਦੇ ਬਾਰੇ ਦੱਸਦੀ ਆ ਹਨਾ, ਕਿਉਂਕਿ ਰਾਜਨੀਤਿਕ ਸ਼ਕਤੀਆਂ ਜਿਹੜੀਆਂ ਉਤਪੰਨ ਹੋਈਆਂ ਚੈਪਟਰ ਤੇ ਇਹਦੇ ਇਰਦ ਗਿਰਦ ਘੁੰਮਦੇ ਆ, ਚਾਹੇ NCERT ਤੋਂ ਆ ਚਾਹੇ ਪੰਜਾਬ ਬੋਰਡ ਤੋਂ ਆ। ਪਰ ਰਾਜਪੂਤ ਰਾਜਿਆਂ ਦਾ ਜ਼ਿਕਰ ਸਾਨੂੰ ਕਿੱਥੇ ਮਿਲਦਾ ਵਾ, NCERT ਤੇ ਮਿਲਦਾ ਵਾ। ਇਹਦੇ ਆਪੋਜ਼ਿਟ ਜਿਹੜੀ ਸਾਡੀ ਪੰਜਾਬ ਬੋਰਡ ਆ, ਉਹ ਸਾਨੂੰ ਦੱਸਦੀ ਆ ਬੰਗਾਲ ਦੇ ਰਾਜਿਆਂ ਦੇ ਬਾਰੇ, ਕਿ
ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬੰਗਾਲ ਦੇ ਵਿੱਚ ਕਿਹੜੇ-ਕਿਹੜੇ ਰਾਜੇ ਜਿਹੜੇ ਉਤਪੰਨ ਹੋਏ ਹਨਾ। ਪਰ ਬੰਗਾਲ ਦੇ ਰਾਜਿਆਂ ਬਾਰੇ ਐਨਸੀਈਆਰਟੀ ਨਹੀਂ ਸਾਨੂੰ ਦੱਸਦੀ ਹਨਾ, ਤੇ ਰਾਜਪੂਤ ਰਾਜਿਆਂ ਦੇ ਬਾਰੇ ਐਸਸੀਈਆਰਟੀ ਨਹੀਂ ਸਾਨੂੰ ਦੱਸਦੀ। ਸੋ ਇਸੇ ਕਰਕੇ ਮੈਂ ਕਹਿੰਦੀ ਨਹੀਂ ਆ ਦੋਨਾਂ ਨੂੰ ਨਹੀਂ ਛੱਡਣਾ, ਬਸ ਦੋਨਾਂ ਤੋਂ ਉਧੇੜ ਕੇ ਚੈਪਟਰ ਨੂੰ ਪੜੋ। ਠੀਕ ਹੈ, ਵੇਖੋ ਰਾਜਪੂਤ ਰਾਜੇ, ਇੱਕ ਤਾਂ ਰਾਜਾ ਅੰਬਰ ਸੀਗਾ, ਇੱਕ ਰਾਜਾ ਜੈ ਸਿੰਘ ਸੀਗਾ। ਪਰ ਜੇਕਰ ਸਾਨੂੰ ਰਾਜਪੂਤ ਰਾਜਿਆਂ ਦੇ ਬਾਰੇ ਕੋਈ ਕੁਐਸਚਨ ਪੁੱਛਿਆ ਜਾਂਦਾ ਵਾ ਤੇ ਸਾਨੂੰ ਰਾਜਾ ਜੈ ਸਿੰਘ ਦਾ ਪੁੱਛਿਆ ਜਾਊਗਾ, ਕਿਉਂਕਿ ਰਾਜਾ ਜੈ ਸਿੰਘ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਜੈ ਸਿੰਘ ਨੇ ਜੋਧਪੁਰ ਵਿੱਚ ਆਪਣੀ ਰਾਜਧਾਨੀ ਬਣਾਈ, ਵੈਰੀ ਵੈਰੀ ਇੰਪੋਰਟੈਂਟ। ਪੁੱਛਿਆ ਜਾ ਸਕਦਾ ਕਿ ਜੈ ਸਿੰਘ ਜਿਹੜਾ ਰਾਜਪੂਤ ਰਾਜਾ ਸੀ, ਇਹਨੇ ਆਪਣੀ ਰਾਜਧਾਨੀ ਕਿੱਥੇ ਬਣਾਈ? ਜੋਧਪੁਰ ਦੇ ਵਿੱਚ ਇਹਨੇ ਆਪਣੀ ਰਾਜਧਾਨੀ ਬਣਾਈ। 1722 ਈਸਵੀ ਦੇ ਵਿੱਚ ਉਹ ਆਗਰਾ ਦਾ ਸੂਬੇਦਾਰ ਰਿਹਾ, ਮਤਲਬ ਕਿ 1722 ਦੇ ਵਿੱਚ ਇਹਨੂੰ ਆਗਰਾ ਦੀ ਸੂਬੇਦਾਰੀ ਮਿਲੀ। ਠੀਕ ਹੈ, ਤੇ 1740 ਦੇ ਵਿੱਚ ਮਰਾਠਿਆਂ ਨੇ ਇਹਨਾਂ ਰਾਜਪੂਤ ਰਾਜਿਆਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਠੀਕ ਹੈ, ਜਦੋਂ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਇਹ ਰਾਜਪੂਤ ਰਾਜੇ ਜਿਹੜੇ ਹੀ ਹੌਲੀ ਹੌਲੀ ਖਤਮ ਹੋ ਗਏ। ਹੁਣ ਰਾਜਾ ਜੈ ਸਿੰਘ ਕਿਉਂ ਜ਼ਿਆਦਾ ਇੰਪੋਰਟੈਂਟ ਆ? ਵੇਖੋ 12 ਸਾਲ ਤਾਂ ਇਹ ਆਗਰੇ ਦਾ ਸੂਬੇਦਾਰ ਰਿਹਾ, 5 ਤੋਂ 6 ਸਾਲ ਮਾਲਵੇ ਦਾ। ਠੀਕ ਹੈ, ਇਸੇ ਹੀ ਕਰਕੇ ਤਾਂ ਇਹ ਜੇ ਕੋਈ ਰਾਜਪੂਤ ਰਾਜਾ ਸ਼ਕਤੀਸ਼ਾਲੀ ਕੋਈ ਹੋਇਆ ਉਹ ਰਾਜਾ ਜੈ ਸਿੰਘ ਸੀਗਾ। 12 ਸਾਲ ਇਹ ਆਗਰੇ ਦਾ ਸੂਬੇਦਾਰ ਰਿਹਾ, 5 ਜਾਂ 6 ਸਾਲ ਲਗਭਗ ਮਾਲਵੇ ਦਾ ਸੂਬੇਦਾਰ ਰਿਹਾ, ਤੇ ਉਸਦੇ ਕੋਲ ਵਿਸ਼ਾਲ ਤੋਪਖਾਨਾ ਸੀ। ਉਹਦਾ ਪ੍ਰਭਾਵ ਕਿੱਥੋਂ ਕਿੱਥੋਂ ਤੱਕ ਸੀ? ਦਿੱਲੀ ਤੋਂ ਲੈ ਕੇ ਤੇ ਨਰਮਦਾ ਨਦੀ ਤੱਕ। ਆਹ ਵਾਲਾ ਡਾਟਾ ਬਹੁਤ ਜ਼ਿਆਦਾ ਇੰਪੋਰਟੈਂਟ ਆ, ਪੁੱਛਿਆ ਜਾ ਸਕਦਾ ਵਾ ਕਿ ਜਿਹੜਾ ਰਾਜਪੂਤ ਰਾਜਾ ਜੈ ਸਿੰਘ ਦਾ ਪ੍ਰਭਾਵ ਕਿੱਥੋਂ ਤੱਕ ਰਿਹਾ? ਦਿੱਲੀ ਤੋਂ ਲੈ ਕੇ ਨਰਮਦਾ ਨਦੀ ਤੱਕ। 12 ਸਾਲ ਇਹ ਆਗਰੇ ਦਾ ਸੂਬੇਦਾਰ ਰਹਿੰਦਾ ਵਾ, 5 ਜਾਂ 6 ਸਾਲ ਇਹ ਮਾਲਵੇ ਦਾ ਸੂਬੇਦਾਰ ਰਹਿੰਦਾ ਵਾ। ਠੀਕ ਆ, ਇਸ ਤੋਂ ਬਾਅਦ ਆਪਾਂ ਜਾਂਦੇ ਆ ਬੰਗਾਲ ਦੇ ਰਾਜਿਆਂ ਤੇ, ਜਿਹੜੀ ਕਿ ਸਾਡੀ ਪੰਜਾਬ ਬੋਰਡ ਸਾਨੂੰ ਦੱਸਦੀ ਆ ਕਿ ਬੰਗਾਲ ਦੇ ਰਾਜਿਆਂ ਦਾ ਜ਼ਿਕਰ ਸਾਨੂੰ ਐਨਸੀਈਆਰਟੀ ਦੇ ਵਿੱਚ ਨਹੀਂ ਮਿਲਦਾ। ਦੇਖੋ ਸਾਨੂੰ ਬਾਬਰ, ਹਮਾਯੂ, ਅਕਬਰ ਇਹ ਨਾਮ ਤਾਂ ਸਾਨੂੰ ਆਮ ਹੀ ਯਾਦ ਹੁੰਦੇ ਆ, ਪਰ ਇਤਿਹਾਸ ਦੇ ਵਿੱਚ ਜਾਂ ਜਦੋਂ ਵੀ ਪੇਪਰ ਦੇ ਵਿੱਚ ਅਸੀਂ ਸਰਫਰਾਜ, ਮੁਰਸ਼ਦਾਬਾਦ ਹਨਾ, ਤੇ ਜਾਂ ਕਹਿ ਲਓ ਮੁਰਸ਼ਦ ਕੁਲੀ ਖਾਨ, ਅਲੀਵਰਦੀ ਖਾਨ, ਏਦਾਂ ਦੇ ਨਾਮ ਤੁਸੀਂ ਸੋਚਦੇ ਆ ਤੇ ਬਹੁਤੇ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਇਹ ਬੰਦੇ ਕੌਣ ਸੀ। ਅੱਜ ਮੇਰੀ ਇਸ ਕਲਾਸ ਦੇ ਵਿੱਚ ਤੁਹਾਡੇ ਸਾਰੇ ਹੀ ਡਾਊਟ ਕਲੀਅਰ ਹੋ ਜਾਣੇ, ਤੁਹਾਨੂੰ ਇਤਿਹਾਸ ਇੰਟਰਸਟਿੰਗ ਵੀ ਲੱਗੂਗਾ ਤੇ ਇੱਕ ਰੌਚਕ ਵੀ ਤੁਹਾਨੂੰ ਲੱਗੂਗਾ। ਵੇਖੋ ਕੀ ਹੁੰਦਾ ਵਾ ਕਿ ਬੰਗਾਲ ਦੇ ਵਿੱਚ 18ਵੀਂ ਸਦੀ ਦੇ ਵਿੱਚ ਮੁਗਲਾਂ ਤੋਂ ਜੇ ਕੋਈ ਪਹਿਲਾ ਰਾਜ, ਕੋਈ ਸੁਤੰਤਰ ਰਾਜ ਸਥਾਪਿਤ ਹੋਇਆ ਤੇ ਉਹ ਬੰਗਾਲ ਸੀ। ਮਤਲਬ ਜਦੋਂ ਮੁਗਲਾਂ ਦਾ ਪਤਨ ਹੋ ਗਿਆ ਤੇ ਬੰਗਾਲ ਹੀ ਪਹਿਲਾ ਰਾਜ ਸੀ ਜਿਹੜਾ ਸੁਤੰਤਰ ਹੋ ਗਿਆ। ਵੇਖੋ ਸੈਂਟਰ ਦੇ ਵਿੱਚ ਆ ਮੁਗਲ ਸ਼ਾਸਕ ਆ, ਆਉਂਦੇ ਗਏ, ਅਕਬਰ ਆ ਗਿਆ, ਹਮਾਯੂ ਆ ਗਿਆ, ਔਰੰਗਜ਼ੇਬ ਆ ਗਿਆ, ਅਲੱਗ-ਅਲੱਗ ਪ੍ਰਾਂਤ ਹੀ ਇਹਨਾਂ ਦੇ ਹਨਾ, ਕਿਤੇ ਬੰਗਾਲ, ਕਿਤੇ ਅਵਧ, ਕਿਤੇ ਹੈਦਰਾਬਾਦ, ਕਿਤੇ ਕੁਛ। ਹੁਣ ਸਾਰੇ ਥਾਂ ਤਾਂ ਇੱਥੇ ਰਾਜ ਨਹੀਂ ਸੀ ਕਰਦੇ, ਇਹਨਾਂ ਨੇ ਆਪਣੇ ਗਵਰਨਰ ਬਿਠਾਏ ਹੋਏ ਸੀ। ਕੋਈ ਇੱਥੇ ਬਿਠਾਇਆ, 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 ਏਦਾਂ ਕਰਕੇ। ਠੀਕ ਹੈ, ਬੰਗਾਲ ਦੇ ਵਿੱਚ ਮੁਰਸ਼ਦ ਕੁਲੀ ਖਾਨ ਜਿਹੜਾ ਰਾਜਾ ਰਾਜ ਕਰਦਾ ਸੀ, ਉਹ ਕਿੰਨਾ ਦੇ ਅਧੀਨ ਸੀਗਾ? ਔਰੰਗਜ਼ੇਬ ਦੇ ਅਧੀਨ। ਪਰ ਵੈਸੇ ਉਹ ਮਤਲਬ ਵਧੀਆ ਸ਼ਾਸਕ ਸੀਗਾ ਮੁਰਸ਼ਦ ਕੁਲੀ ਖਾਨ, ਮਤਲਬ ਕਿ ਘੈਂਟ ਬੰਦਾ ਸੀ। ਇਹ ਸੁਤੰਤਰ ਹੋ ਕੇ ਰਾਜ ਕਰ ਰਿਹਾ ਸੀ, ਉਹਨਾਂ ਦੇ ਅਧੀਨ ਰਾਜ ਨਹੀਂ ਸੀ ਇਹ ਕਰ ਰਿਹਾ, ਮਤਲਬ ਸੁਤੰਤਰ ਰੂਪ ਦੇ ਵਿੱਚ ਇਹ ਰਾਜ ਕਰ ਰਿਹਾ ਸੀ। ਠੀਕ ਹੈ, ਇਹਨੇ ਆਪਣੀ ਰਾਜਧਾਨੀ ਬਣਾਈ ਮੁਰਸ਼ਦਾਬਾਦ। ਮੁਰਸ਼ਦ ਕੁਲੀ ਖਾਨ ਨੇ ਆਪਣੀ ਰਾਜਧਾਨੀ ਬਣਾਈ। ਜਦੋਂ ਇਹਦੀ ਮੌਤ ਹੋ ਗਈ ਤੇ ਇਹਦੀ ਮੌਤ ਤੋਂ ਬਾਅਦ ਇਹਦਾ ਪੁੱਤਰ ਸੁਜਾਊਦੀਨ ਆਉਂਦਾ ਵਾ। ਇਹ ਵੀ ਬਹੁਤ ਮਤਲਬ ਸ਼ਾਂਤੀ ਪਸੰਦ ਰਾਜੇ ਸੀਗੇ, ਮਤਲਬ ਬਹੁਤ ਹੀ ਆਮ ਜੇ, ਠੀਕ ਹੈ, ਸ਼ਾਂਤੀ ਪਸੰਦ ਰਾਜੇ ਸੀਗੇ। ਠੀਕ ਹੈ, ਇਹ ਜ਼ਰੂਰ ਯਾਦ ਰੱਖਿਓ, ਦੋਵੇਂ ਪਿਓ ਪੁੱਤੀ ਮੁਰਸ਼ਦ ਕੁਲੀ ਖਾਨ ਤੇ ਸੁਜਾਊਦੀਨ। ਠੀਕ ਹੈ, ਇਹਦੀ ਜਿਹੜੀ ਮੌਤ ਹੁੰਦੀ ਆ, ਮੁਰਸ਼ਦ ਕੁਲੀ ਖਾਨ ਦੀ ਮੌਤ ਤੋਂ ਬਾਅਦ ਇਹਦਾ ਪੁੱਤਰ ਸੁਜਾਊਦੀਨ ਜਿਹੜਾ ਵਾ ਬੰਗਾਲ ਦੀ ਰਾਜਗੱਦੀ ਤੇ ਬਹਿੰਦਾ ਵਾ, ਤੇ 1739 ਈਸਵੀ ਦੇ ਵਿੱਚ ਇਹਦੀ ਵੀ ਮੌਤ ਹੋ ਜਾਂਦੀ ਆ। ਜਦੋਂ ਇਹਦੀ ਮੌਤ ਹੋ ਜਾਂਦੀ ਆ ਸੁਜਾਊਦੀਨ ਦੀ, ਤਾਂ ਇਹਦੀ ਮੌਤ ਤੋਂ ਬਾਅਦ ਅੱਗੇ ਸਰਫਰਾਜ ਇਹਦਾ ਪੁੱਤਰ ਜਿਹੜਾ ਵਾ ਰਾਜਗੱਦੀ ਤੇ ਬਹਿੰਦਾ। ਹੁਣ ਮੁਰਸ਼ਦ ਕੁਲੀ ਖਾਨ ਤੇ ਸੁਜਾਊਦੀਨ ਦੋਵੇਂ ਬਹੁਤ ਵਧੀਆ ਰਾਜੇ ਸੀ, ਪਰ ਅੱਗੋਂ ਜਾ ਕੇ ਜਿਹੜਾ ਸਰਫਰਾਜ ਆਉਂਦਾ ਵਾ ਇਹ ਅਯੋਗ ਰਾਜਾ ਸੀਗਾ। ਅਯੋਗ ਮਤਲਬ ਇੱਕ ਵਧੀਆ ਸ਼ਾਸਕ ਨਹੀਂ ਸੀਗਾ। ਤੇ ਅਲੀਵਰਦੀ ਖਾਨ ਜਿਹੜਾ ਸੀਗਾ ਨਾ, ਇਹਨੇ ਕਿਹਨੂੰ ਮਾਰਤਾ? ਸਰਫਰਾਜ ਨੂੰ ਮਾਰਤਾ ਸੀਗਾ। ਜਾਨੀ ਕਿ ਆ ਕੌਣ ਹੋ ਗਿਆ? ਸਰਫਰਾਜ ਦਾ ਦਾਦਾ ਤੇ ਆ ਪਿਓ। ਠੀਕ ਹੈ, ਜਿਹੜੇ ਪਿਓ ਤੇ ਦਾਦਾ ਸੀ ਹਨਾ, ਉਹ ਤਾਂ ਬਹੁਤ ਵਧੀਆ ਰਾਜੇ ਸੀ। ਅੱਗੋਂ ਪੁੱਤਰ ਜਿਹੜਾ ਆ ਕੇ ਉਹ ਇੰਨਾ ਵਧੀਆ ਰਾਜਾ ਨਹੀਂ ਸੀ। ਸਰਫਰਾਜ ਜਿਹੜਾ ਜਦੋਂ ਰਾਜਗੱਦੀ ਤੇ ਬਹਿੰਦਾ ਵਾ ਤੇ ਅਲੀਵਰਦੀ ਖਾਨ ਇਹਨੂੰ ਮਾਰ ਦਿੰਦਾ ਵਾ ਸਰਫਰਾਜ ਨੂੰ। ਠੀਕ ਆ, ਤੇ
ਸਰਫਰਾਜ ਨੂੰ ਮਾਰ ਕੇ ਅਲੀ ਵਰਦੀ ਖਾਨ ਜਿਹੜਾ ਵਾ ਬੰਗਾਲ ਦਾ, ਬਿਹਾਰ ਦਾ ਤੇ ਉੜੀਸਾ ਦਾ ਕੀ ਬਣ ਜਾਂਦਾ ਵਾ, ਸੂਬੇਦਾਰ ਬਣ ਜਾਂਦਾ ਵਾ। ਤੇ ਉਸ ਤੋਂ ਬਾਅਦ ਆਖਰੀ ਜਿਹੜਾ ਆਉਂਦਾ ਵਾ 1756 ਈਸਵੀ ਦੇ ਵਿੱਚ ਅਲੀ ਵਰਦੀ ਖਾਨ ਦਾ ਪੁੱਤਰ ਸਿਰਾਜ ਉਦੌਲਾ। ਠੀਕ ਆ, ਬਸ ਇੱਥੇ ਹੀ ਅਸਲੀ ਭੇਡ ਸ਼ੁਰੂ ਹੋਣੀ ਆ। ਜੇ ਅੰਗਰੇਜ਼ ਹੁਣ, ਕਿਉਂਕਿ ਅੰਗਰੇਜ਼ ਆਉਣੇ, ਅੰਗਰੇਜ਼ਾਂ ਨੇ ਆ ਕੇ ਕੰਪਨੀਆਂ ਸਟੈਬਲਿਸ਼ ਕਰਨੀਆਂ, ਉਹਨਾਂ ਨੇ, ਕਿਉਂਕਿ ਪਤਾ ਕੀ ਸੀ, ਬੰਗਾਲ ਵਾਲੀ ਅੰਗਰੇਜ਼ਾਂ ਦਾ ਝੁਕਾਅ ਕਿਉਂ ਸੀ, ਕਿਉਂਕਿ ਆ ਜਿਹੜੇ ਬੰਗਾਲ ਦੇ ਰਾਜੇ ਹੋਏ ਆ ਨਾ, ਮੁਰਸ਼ਦ ਕੁਲੀ ਖਾਨ, ਆ ਕਿੱਥੇ ਗਿਆ, ਆ ਸਜਾਉਦੀਨ ਹੋ ਗਿਆ ਹਨਾ, ਆ ਇਹਨਾਂ ਨੇ ਕੀ ਕੀਤਾ ਸੀਗਾ, ਆ ਅਲੀ ਵਰਦੀ ਖਾਨ ਹੋ ਗਿਆ ਹਨਾ, ਇਹਨਾਂ ਨੇ ਸਿਰਾਜੁਦੌਲਾ ਹੋ ਗਿਆ, ਇਹਨਾਂ ਨੇ ਵਪਾਰ ਨੂੰ ਤੇ ਖੇਤੀਬਾੜੀ ਨੂੰ ਬਹੁਤ ਜ਼ਿਆਦਾ ਉન્નਤ ਕੀਤਾ ਸੀ। ਇਹਨਾਂ ਨੇ ਬੰਗਾਲ ਦੇ ਵਿੱਚ ਵਪਾਰ ਤੇ ਖੇਤੀਬਾੜੀ ਦੇ ਪੱਖੋਂ ਬੰਗਾਲ ਬਹੁਤ ਘੈਂਟ ਸੂਬਾ ਸੀ, ਤੇ ਇਸੇ ਹੀ ਕਰਕੇ ਤੇ ਅੰਗਰੇਜ਼ਾਂ ਦਾ ਝੁਕਾਅ ਪਹਿਲਾਂ ਇੱਧਰ ਹੋਇਆ। ਫਿਰ ਹੁਣ ਇਹਨਾਂ ਨੇ, ਅੰਗਰੇਜ਼ਾਂ ਨੇ ਆਉਣਾ ਵਾ, ਤੇ ਅੰਗਰੇਜ਼ਾਂ ਦਾ ਹੌਲੀ ਹੌਲੀ ਭੇਡ ਸ਼ੁਰੂ ਹੋਣਾ ਵਾ ਕਿਹਦੇ ਨਾਲ, ਸਿਰਾਜ ਉਦੌਲਾ ਦੇ ਨਾਲ। ਠੀਕ ਆ, ਤੇ ਇਹ ਜਿਹੜਾ ਸਿਰਾਜ ਉਦੌਲਾ ਵਾ, ਇੱਥੋਂ ਹੀ ਤਾਂ ਸਾਡੀ ਅਸਲੀ ਮਾਡਰਨ ਹਿਸਟਰੀ ਦੀ ਸ਼ੁਰੂਆਤ ਹੋਣੀ ਆ। ਠੀਕ ਹੈ, ਸਮਝ ਲੱਗ ਗਈ। ਇਹ ਸੀਗਾ ਬੰਗਾਲ ਦਾ ਸਾਰਾ ਚੱਕਰ। ਹੁਣ ਆਪਾਂ ਬੰਗਾਲ ਤੋਂ ਬਾਅਦ ਜਾਂਦੇ ਆ ਅਵਧ ਤੇ ਜਾਂਦੇ ਆ ਅਵਧ ਤੇ। ਉਸ ਤੋਂ ਬਾਅਦ ਆਉਂਦਾ ਵਾ ਆਪਣਾ ਅਵਧ। ਵੇਖੋ, ਜਿਹੜਾ ਅਵਧ ਦਾ ਸੂਬੇਦਾਰ ਸੀਗਾ ਉਹ ਹੈਗਾ ਸੀ ਸਾਦਤ ਖਾਨ। ਠੀਕ ਹੈ, ਇਹਨਾਂ ਨੇ ਖੇਤੀਬਾੜੀ ਦੇ ਵਿੱਚ, ਜਿਹੜੇ ਅਵਧ ਦੇ ਸ਼ਾਸਕ ਸੀਗੇ, ਇਹਨਾਂ ਨੇ ਖੇਤੀਬਾੜੀ ਦੇ ਵਿੱਚ, ਖਾਸ ਕਰਕੇ ਸਾਦਤ ਖਾਨ ਜਿਹੜਾ ਸੀਗਾ, ਇਹਨੇ ਖੇਤੀਬਾੜੀ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕੀਤੇ। ਪਰ 1739 ਈਸਵੀ ਦੇ ਵਿੱਚ ਇਹਦੀ ਮੌਤ ਹੋ ਜਾਂਦੀ ਆ। ਠੀਕ ਆ, ਇਹਦੀ ਮੌਤ ਤੋਂ ਬਾਅਦ ਇਹਦਾ ਉੱਤਰਾਧਿਕਾਰੀ ਸਫਦਰ ਜੰਗ, ਇਹਦਾ ਪੁੱਤਰ ਆਉਂਦਾ ਵਾ। ਸਫਦਰ ਜੰਗ ਜਿਹੜਾ ਵਾ, ਇਹ ਜਿਹੜਾ ਸੀਗਾ, ਇਹ ਔਰੰਗਜ਼ੇਬ ਦਾ ਵਜ਼ੀਰ ਵੀ ਰਿਹਾ। ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਓ। 1754 ਈਸਵੀ ਦੇ ਵਿੱਚ ਇਹਦੀ ਵੀ ਮੌਤ ਹੋ ਜਾਂਦੀ ਆ। ਤੇ ਉਸ ਤੋਂ ਬਾਅਦ ਇਹਦੀ ਮੌਤ ਬਾਅਦ ਸੁਜਾ ਉਦ ਦੌਲਾ ਜਿਹੜਾ ਵਾ, ਉਹ ਸ਼ਾਸਕ ਬਣਦਾ ਵਾ ਲਖਨਊ ਦਾ। ਲਖਨਊ ਦਾ ਨਾਮ ਪਹਿਲਾਂ ਅਵਧ ਸੀਗਾ, ਇਸ ਟਾਈਮ ਕੀ ਆ, ਲਖਨਊ ਆ। ਠੀਕ ਆ, ਇਹ ਦੇਖੋ, ਸਭ ਤੋਂ ਪਹਿਲਾਂ ਅਵਧ ਦਾ ਰਾਜਾ ਸਾਦਤ ਖਾਨ, ਇਹਦੀ ਮੌਤ ਤੋਂ ਬਾਅਦ ਸਫਦਰ ਜੰਗ, ਇਹਦੀ ਮੌਤ ਤੋਂ ਬਾਅਦ ਸੁਜ ਉਦ ਦੌਲਾ ਆਉਂਦਾ ਵਾ। ਇਹ ਬਹੁਤ ਹੀ ਘੈਂਟ ਸ਼ਾਸਕ ਸੀਗਾ। ਇਹਨੇ ਰੁਹੇਲਖੰਡ ਦੇ ਕਾਫੀ ਇਲਾਕੇ ਜਿੱਤੇ। ਤੇ ਉਸ ਤੋਂ ਬਾਅਦ 1775 ਈਸਵੀ ਦੇ ਵਿੱਚ ਇਹਦੀ ਮੌਤ ਹੋ ਜਾਂਦੀ ਆ। ਇਹਦੀ ਮੌਤ ਤੋਂ ਬਾਅਦ ਆਸਿਫ ਉਦ ਦੌਲਾ ਜਿਹੜਾ ਵਾ ਆਉਂਦਾ ਵਾ। ਆਸਿਫ ਉਦ ਦੌਲਾ ਜਿਹੜਾ ਵਾ ਸ਼ਾਸਕ ਆਉਂਦਾ ਵਾ। ਬਸ ਇਹ ਗੱਲਾਂ ਇਹਦੇ ਅਵਧ ਦੇ ਬਾਰੇ ਧਿਆਨ ਦੇ ਵਿੱਚ ਰੱਖਣੀਆਂ। ਮੇਨਲੀ ਸਾਦਤ ਖਾਨ ਹੀ ਜਿਹੜਾ ਵਾ ਉਹ ਜ਼ਿਆਦਾ ਇੰਪੋਰਟੈਂਟ ਹੈ ਇਹਦੇ ਵਿੱਚ। ਬਸ ਤੁਸੀਂ ਸਾਦਤ ਖਾਨ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਆ ਜਾਓ ਹੈਦਰਾਬਾਦ ਤੇ। ਹੈਦਰਾਬਾਦ ਦੇ ਵਿੱਚ ਆਪਾਂ ਕੀ ਗੱਲ ਕਰ ਰਹੇ ਹਾਂ ਕਿ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬੰਗਾਲ, ਅਵਧ, ਹੈਦਰਾਬਾਦ ਕਿਵੇਂ ਹੌਲੀ ਹੌਲੀ ਸੁਤੰਤਰ ਹੁੰਦੇ ਗਏ, ਕਿਵੇਂ ਇਹ ਸਾਰਾ ਕੁਝ ਹੌਲੀ ਹੌਲੀ ਅੰਗਰੇਜ਼ਾਂ ਦੇ ਅਧੀਨ ਹੋ ਜਾਂਦਾ। ਹੈਦਰਾਬਾਦ ਕੀ ਸੀ, ਨਿਜ਼ਾਮ ਉਲ ਮੁਲਕ, ਜਿਹਨੂੰ ਚੀਨ ਕਿਲਚ ਖਾਨ ਵੀ ਕਿਹਾ ਜਾਂਦਾ ਵਾ, ਇਹ ਸੀਗਾ ਹੈਦਰਾਬਾਦ ਦਾ ਸੰਸਥਾਪਕ। ਹੈਦਰਾਬਾਦ ਸ਼ਹਿਰ ਕਿਹਨੇ ਵਸਾਇਆ ਸੀਗਾ, ਨਿਜ਼ਾਮ ਉਲ ਮੁਲਕ ਨੇ। ਤੇ ਚੀਨ ਕਿਲਚ ਖਾਨ ਵੀ ਇਸੇ ਦਾ ਹੀ ਨਾਮ ਹੈ, ਇਹਨੂੰ ਕਿਹਾ ਜਾਂਦਾ ਵਾ। ਇਹਦੀ ਰਾਜਧਾਨੀ ਕੀ ਸੀ, ਹੈਦਰਾਬਾਦ ਇਹਦੀ ਰਾਜਧਾਨੀ ਸੀਗੀ। ਆਸਫ ਸ਼ਾਹ ਦੀ ਇਹਨੂੰ ਉਪਾਧੀ ਮਿਲੀ ਸੀ। ਆਸਫ ਸ਼ਾਹ ਇਹਨਾਂ ਦੇ ਵੰਸ਼ ਦਾ ਨਾਮ ਸੀਗਾ, ਤੇ ਆਸਫ ਸ਼ਾਹ ਦੀ ਇਹਨੂੰ ਉਪਾਧੀ ਵੀ ਮਿਲੀ ਆ। ਉਸ ਤੋਂ ਬਾਅਦ ਮੈਸੂਰ ਤੇ ਆ ਜਾਓ। ਮੈਸੂਰ ਦੇ ਵਿੱਚ ਹੈਦਰ ਅਲੀ ਸੀ। ਹੈਦਰ ਅਲੀ ਤੇ ਇਹਦਾ ਜਿਹੜਾ ਪੁੱਤਰ ਸੀ ਟਿੱਪੂ ਸੁਲਤਾਨ, ਇਹ ਬਹੁਤ ਹੀ ਵਧੀਆ ਸ਼ਾਸਕ ਸੀਗੇ ਹਨਾ। ਵੇਖੋ, ਜਿਹੜਾ ਆਪਾਂ ਐਂਗਲੋ ਮੈਸੂਰ ਯੁੱਧ ਦਾ ਨਾਮ ਸੁਣਦੇ ਆ ਨਾ, ਐਂਗਲੋ ਮੈਸੂਰ ਯੁੱਧ ਜਿਹੜਾ ਵਾ, ਇਹ ਹੈਦਰ ਅਲੀ ਦੀ ਅੰਗਰੇਜ਼ਾਂ ਦੇ ਨਾਲ ਲੜਾਈ ਹੋਈ ਸੀ। ਪਹਿਲੀ ਲੜਾਈ ਦੇ ਵਿੱਚ ਅੰਗਰੇਜ਼ਾਂ ਨੂੰ ਬਹੁਤ ਬੁਰੀ ਤਰ੍ਹਾਂ ਹਰਾਉਂਦਾ ਵਾ, ਬਹੁਤ ਬੁਰੀ ਤਰ੍ਹਾਂ ਅੰਗਰੇਜ਼ਾਂ ਨੂੰ ਹਰਾਉਂਦਾ ਵਾ। ਪਰ ਜਦੋਂ ਦੂਜੀ ਐਂਗਲੋ ਸਿੱਖ ਵਾਰ ਦੂਜੀ ਜਿਹੜੀ ਹੁੰਦੀ ਆ, ਉਹਦੇ ਵਿੱਚ ਹੈਦਰ ਅਲੀ ਹਾਰ ਜਾਂਦਾ ਵਾ ਅੰਗਰੇਜ਼ਾਂ ਤੋਂ। ਪਹਿਲੀ ਐਂਗਲੋ ਵਾਰ ਜਿਹੜੀ ਪਹਿਲੀ ਹੁੰਦੀ ਉਹਦੇ ਵਿੱਚ ਜਿੱਤਦਾ ਵਾ। ਐਂਗਲੋ ਵਾਰ ਜਿਹੜੀ ਦੂਜੀ ਹੁੰਦੀ ਆ ਉਹਦੇ ਵਿੱਚ ਇਹ ਹਾਰ ਜਾਂਦਾ ਵਾ, ਹੈਦਰ ਅਲੀ ਕਿਹਨਾਂ ਤੋਂ, ਅੰਗਰੇਜ਼ਾਂ ਤੋਂ। ਉਸ ਤੋਂ ਬਾਅਦ ਇਹਦਾ ਪੁੱਤਰ ਆਉਂਦਾ ਵਾ ਟੀਪੂ ਸੁਲਤਾਨ। ਇਹ ਵੀ ਬਹੁਤ ਵਧੀਆ ਸ਼ਾਸਕ ਸੀਗਾ। ਠੀਕ ਹੈ, ਇਹਨੂੰ ਮੈਸੂਰ ਦਾ ਟਾਈਗਰ ਵੀ ਕਿਹਾ ਜਾਂਦਾ ਵਾ। ਵੈਰੀ ਵੈਰੀ ਇੰਪੋਰਟੈਂਟ। ਸਾਡੇ ਪਿਛਲੇ ਹੀ ਪੇਪਰ ਦੇ ਵਿੱਚ ਟੀਪੂ ਸੁਲਤਾਨ ਦਾ ਕੁਐਸਚਨ ਆਇਆ ਸੀਗਾ, ਯਾਦ ਆ ਨਾ। ਟੀਪੂ ਸੁਲਤਾਨ ਜਿਹੜਾ ਵਾ, ਇਹਨੂੰ ਮੈਸੂਰ ਦਾ ਟਾਈਗਰ ਕਿਹਾ ਜਾਂਦਾ ਵਾ। ਬਹੁਤ ਸਾਰੇ ਕੰਪੀਟੀਟਿਵ ਪੇਪਰਾਂ ਦੇ ਵਿੱਚ ਜਿਹੜਾ ਇਹ ਕੁਐਸਚਨ ਪੁੱਛਿਆ ਜਾ ਚੁੱਕਾ ਵਾ। ਇਹਨੂੰ ਮੈਸੂਰ ਦਾ ਟਾਈਗਰ ਵੀ ਕਹਿੰਦੇ ਆ ਟੀਪੂ ਸੁਲਤਾਨ ਨੂੰ। ਫਿਰ ਇਹਨੂੰ ਮਹਾਨ ਦੇਸ਼ ਭਗਤ ਵੀ ਕਹਿੰਦੇ ਆ। ਹੁਣ ਇਹਨਾਂ ਨੂੰ ਦੋਵਾਂ ਨੂੰ ਮਹਾਨ ਦੇਸ਼ ਭਗਤ ਕਹਿੰਦੇ ਆ। ਠੀਕ ਆ,
ਆਪਣੇ ਟਿਪੂ ਸੁਲਤਾਨ ਨੂੰ ਤੇ ਹੈਦਰ ਅਲੀ ਨੂੰ। ਪਤਾ ਕਿਉਂ? ਕਿਉਂਕਿ ਇਹ ਦੋਨੋਂ ਜਿਹੜੇ ਸੀਗੇ ਕਿਤੇ ਨਾ ਕਿਤੇ ਅੰਗਰੇਜ਼ਾਂ ਨੂੰ ਨਹੀਂ ਸੀ ਆਉਣ ਦੇਣਾ ਚਾਹੁੰਦੇ ਭਾਰਤ ਦੇ ਵਿੱਚ। ਇਹ ਅੰਗਰੇਜ਼ਾਂ ਦਾ ਅਤਿਆਚਾਰ ਸਹਿ ਕੇ ਖੁਸ਼ ਨਹੀਂ ਸੀ, ਨਾ ਤਾਂ ਆਪਣੇ ਤੇ ਨਾ ਹੀ ਭਾਰਤ ਦੇ ਲੋਕਾਂ ਤੇ। ਠੀਕ ਹੈ, ਇਸ ਕਰਕੇ ਇਹਨਾਂ ਨੂੰ ਸੱਚੇ ਦੇਸ਼ ਭਗਤ ਵੀ ਕਿਹਾ ਜਾਂਦਾ ਵਾ। ਜਿਹੜਾ ਚੌਥਾ ਮੈਸੂਰ ਯੁੱਧ ਹੁੰਦਾ ਵਾ ਜਾ ਕੇ ਅੰਗਰੇਜ਼ਾਂ ਦੇ ਨਾਲ, ਚੌਥੇ ਮੈਸੂਰ ਯੁੱਧ ਵੇਲੇ ਕੌਣ ਹੋਊਗਾ? ਹੈਦਰ ਅਲੀ ਦਾ ਪੁੱਤਰ ਹੋਊਗਾ ਟਿਪੂ ਸੁਲਤਾਨ। ਤੇ ਚੌਥੇ ਮੈਸੂਰ ਯੁੱਧ ਦੇ ਵਿੱਚ ਜਾ ਕੇ ਜਿਹੜਾ ਸੀਗਾ ਉਸ ਜੰਗ ਦੇ ਵਿੱਚ ਟਿਪੂ ਸੁਲਤਾਨ ਦੀ ਮੌਤ ਹੋ ਗਈ ਸੀ ਅੰਗਰੇਜ਼ਾਂ ਦੇ ਹੱਥੋਂ। ਇਹ ਸੀ ਬੰਗਾਲ, ਅਵਧ ਤੇ ਹੈਦਰਾਬਾਦ ਵਾਲਾ ਚੱਕਰ। ਹੁਣ ਆਪਾਂ ਜਾਂਦੇ ਹਾਂ ਮਰਾਠਿਆਂ ਤੇ, ਫਿਰ ਮਰਾਠੇ, ਫਿਰ ਸਿੱਖ। ਬਸ ਇੱਥੋਂ ਹੀ ਸਾਡੀ ਅਸਲੀ ਸ਼ੁਰੂਆਤ ਹੋਊਗੀ ਮਾਡਰਨ ਹਿਸਟਰੀ ਦੀ। ਹਾਂਜੀ ਬਈ, ਇਸ ਤੋਂ ਬਾਅਦ ਵੇਖੋ ਆਪਾਂ ਮੁਗਲ ਦਾ ਜਦੋਂ ਹੁੰਦਾ ਵਾ ਹਨਾ, ਮੁਗਲਾਂ ਦਾ ਅੰਤ ਹੋ ਗਿਆ। ਉਸ ਤੋਂ ਬਾਅਦ ਬੰਗਾਲ ਕਿੱਦਾਂ ਸੁਤੰਤਰ ਹੋਇਆ ਹਨਾ, ਕਿਹੜੇ ਕਿਹੜੇ ਰਾਜੇ ਆਏ ਆ। ਫਿਰ ਆਪਾਂ ਅਵਧ ਦੇ ਬਾਰੇ ਗੱਲ ਕੀਤੀ ਹਨਾ, ਫਿਰ ਆਪਾਂ ਹੈਦਰਾਬਾਦ ਦੇ ਬਾਰੇ ਗੱਲ ਕੀਤੀ। ਹੈਦਰਾਬਾਦ ਦੇ ਵਿੱਚ ਆਪਾਂ ਹੈਦਰ ਅਲੀ ਤੇ ਟਿਪੂ ਸੁਲਤਾਨ ਬਾਰੇ ਗੱਲ ਕੀਤੀ ਹਨਾ। ਤੇ ਇਸ ਤੋਂ ਬਾਅਦ ਜਿਹੜਾ ਆਪਣੀ ਅਗਲਾ ਚੱਕਰ ਹੈਗਾ ਵਾ ਉਹ ਆਪਣਾ ਹੈਗਾ ਵਾ ਵੇਖੋ ਮਰਾਠੇ। ਜਦੋਂ ਆਪਾਂ ਮਰਾਠਿਆਂ ਦੀ ਗੱਲ ਕਰਦੇ ਆ ਤਾਂ ਸ਼ਿਵਾਜੀ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸ਼ਿਵਾਜੀ। ਉਸ ਤੋਂ ਬਾਅਦ ਸਿੱਖ ਆਉਣਗੇ। ਸਿੱਖਾਂ ਦੇ ਵਿੱਚ ਬਾਬਾ ਬੰਦਾ ਬਹਾਦਰ ਹਨਾ। ਤੇ ਇਹ ਥੋੜਾ ਡਾਟਾ ਵਾ ਨਾ ਆ ਮਰਾਠਿਆਂ ਦੇ ਬਾਰੇ ਤੇ ਸਿੱਖਾਂ ਦੇ ਬਾਰੇ। ਮੈਂ ਚਾਹੁੰਦੀ ਆ ਵੀ ਇਹ ਮੈਂ ਤੁਹਾਨੂੰ ਥੋੜਾ ਬਰੀਕੀ ਦੇ ਨਾਲ ਕਰਵਾਵਾਂ। ਠੀਕ ਹੈ, ਕਰਵਾ ਤਾਂ ਮੈਂ NCERT ਤੋਂ ਵੀ ਰਹੀ ਆ ਤੇ ਪੰਜਾਬ ਬੋਰਡ ਤੋਂ, ਦੋਨਾਂ ਤੋਂ ਹੀ ਕਰਵਾ ਰਹੀ ਆ। ਠੀਕ ਹੈ, ਅਗਲੀ ਵੀਡੀਓ ਦੇ ਵਿੱਚ ਆਪਾਂ ਕਰ ਲਾਂਗੇ ਅਗਲਾ ਪਾਰਟ, ਕਿਉਂਕਿ ਮਤਲਬ ਮੈਂ ਇਹ ਨਹੀਂ ਚਾਹੁੰਦੀ ਵੀ ਕਾਲੀ ਦੇ ਵਿੱਚ ਜਿਹੜਾ ਵਾ ਕੁਝ ਛੱਡਿਆ ਜਾਵੇ। ਠੀਕ ਹੈ, ਸ਼ਿਵਾਜੀ ਹੋ ਗਿਆ, ਬਹੁਤ ਜ਼ਿਆਦਾ ਇੰਪੋਰਟੈਂਟ ਆ। ਇਹਦਾ ਪਿਤਾ ਜਿਹੜਾ ਸੀਗਾ ਭੌਂਸਲੇ, ਸ਼ਾਹ ਜੀ ਭੌਂਸਲੇ ਇਹਦੇ ਪਿਤਾ ਦਾ ਨਾਮ ਸੀ, ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ। ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਵੀ ਬਹੁਤ ਇੰਪੋਰਟੈਂਟ ਡਾਟਾ ਵਾ NCERT ਦੇ ਵਿੱਚ ਵੀ ਤੇ ਪੰਜਾਬ ਬੋਰਡ ਦੇ ਵਿੱਚ ਵੀ। ਸੋ ਇੰਨਾ ਕੁ ਡਾਟਾ ਜਿਹੜਾ ਆਪਣਾ ਰਹਿ ਗਿਆ, ਇਹਨੂੰ ਆਪਾਂ ਬਰੀਕੀ ਦੇ ਨਾਲ ਕਰਾਂਗੇ ਅਗਲੀ ਵੀਡੀਓ ਦੇ ਵਿੱਚ। ਤੇ ਬਸ ਉਸ ਤੋਂ ਬਾਅਦ ਆਪਾਂ ਕਰਾਂਗੇ ਮਾਡਰਨ ਹਿਸਟਰੀ ਦੀ ਸ਼ੁਰੂਆਤ। ਤੇ ਕਮੈਂਟ ਕਰਕੇ ਮੈਨੂੰ ਦੱਸਣਾ ਕਿ ਤੁਹਾਨੂੰ ਇਹ ਕਲਾਸ ਕਿਵੇਂ ਦੀ ਲੱਗੀ। ਮੈਂ ਇੱਕ ਵਾਰੀ ਫੇਰ ਦੱਸਦਾ ਕਿ ਦੋਨੋਂ ਬੋਰਡ ਤੋਂ ਕਰਵਾ ਰਹੀ ਹਾਂ, NCERT ਤੋਂ ਵੀ ਤੇ ਪੰਜਾਬ ਬੋਰਡ ਤੋਂ ਵੀ, ਪੂਰਾ ਐਨਾਲਿਸਿਸ ਕਰਕੇ। ਤੇ ਬਹੁਤ ਕੁਝ ਗੱਲਾਂ ਸਾਹਮਣੇ ਆ ਰਹੀਆਂ, ਪੂਰੇ ਖੁਲਾਸੇ ਹੋ ਰਹੇ ਆ ਵੀ ਕਿਹੜੀਆਂ ਚੀਜ਼ਾਂ NCERT ਦੇ ਵਿੱਚ ਵਧੀਆ ਵਾ, ਕਿਹੜੀਆਂ ਚੀਜ਼ਾਂ ਪੰਜਾਬ ਬੋਰਡ 'ਚ ਵਧੀਆ। ਅੱਜ ਤੱਕ ਬੱਚਿਆਂ ਦੇ ਮਨ ਦੇ ਵਿੱਚ ਭੁਲੇਖਾ ਵਾ, ਕਹੀ ਜਾਂਦੇ ਵੀ NCERT ਦੀ ਹਿਸਟਰੀ ਵਧੀਆ ਵਾ। NCERT ਹਾਂ ਕਹਿੰਦੇ ਆ, ਹਰ ਇੱਕ ਪੁਆਇੰਟ ਤੇ NCERT ਨੂੰ ਆਪਾਂ ਵਧੀਆ ਨਹੀਂ ਕਹਿ ਸਕਦੇ। ਸਾਡੀਆਂ ਪੰਜਾਬ ਬੋਰਡ ਦੀਆਂ ਕਿਤਾਬਾਂ ਨੂੰ ਨਿੰਦਣਾ ਵੀ ਸਰਾਸਰ ਗਲਤ ਆ, ਕਿਉਂਕਿ ਬਹੁਤੀਆਂ ਚੀਜ਼ਾਂ ਇਹਨਾਂ ਤੇ ਹੈਗੀਆਂ, ਬਹੁਤੀਆਂ ਚੀਜ਼ਾਂ ਉਹਨਾਂ ਕੋਲ ਨਹੀਂ ਹੈਗੀਆਂ। ਠੀਕ ਆ, ਮਿਕਸ ਜਿਹਾ ਚੱਲ ਰਿਹਾ ਸਾਰਾ ਕੁਛ। ਠੀਕ ਆ, ਸੋ ਮੇਰੇ ਬਹੁਤ ਜ਼ਿਆਦਾ ਐਫਰਟਸ ਲੱਗਦੇ ਆ, ਕਿਉਂਕਿ 2 ਕਿਤਾਬਾਂ ਦਾ ਐਨਾਲਿਸਿਸ ਕਰਨਾ, ਉਹ ਵੀ ਹਿਸਟਰੀ ਪੋਰਸ਼ਨ ਦਾ, ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ। ਠੀਕ ਆ, ਬਹੁਤ ਮਿਹਨਤ ਲੱਗਦੀ ਆ। ਜਰੂਰ ਐਪਰੀਸ਼ੀਏਟ ਕਰਿਆ ਕਰੋ, ਲਾਈਕ ਕਰਕੇ, ਸ਼ੇਅਰ ਕਰਕੇ ਕਲਾਸ ਨੂੰ ਬਾਕੀ ਸਾਥੀਆਂ ਤੱਕ ਜਰੂਰ ਪਹੁੰਚਾ ਦਿਆ ਕਰੋ। ਠੀਕ ਹੈ, ਤੇ ਮਿਲਦੇ ਆ ਆਪਾਂ ਅਗਲੀ ਵੀਡੀਓ ਦੇ ਵਿੱਚ। ਆਪਾਂ ਮਰਾਠਿਆਂ ਤੇ ਸਿੱਖਾਂ ਦੇ ਬਾਰੇ ਕਰਕੇ ਗੱਲ ਸਾਰੀ ਫਿਨਿਸ਼। ਉਸ ਤੋਂ ਬਾਅਦ ਆਪਾਂ ਮਾਡਰਨ ਹਿਸਟਰੀ ਵੱਲ ਵਧਾਂਗੇ। ਮਿਲਾਂਗੇ ਆਪਾਂ ਅਗਲੀ ਕਲਾਸ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।